ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਗੁਣ ਤੇਰੇ ਸਾਰ ਸਮਾਲੀ, ਮੋਹਿ ਨਿਰਗੁਣ ਕੀ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ। तेरे दर्शन को हम बारे, रे मन राम स्यों कर प्रीत, राम स्यों कर प्रीत, राम स्यों कर प्रीत, राम स्यों कर प्रीत। रे मन राम स्यों कर प्रीत, रे मन राम स्यों कर प्रीत, राम स्यों कर प्रीत, राम स्यों कर प्रीत, राम स्यों कर प्रीत। स्यों कर प्रीत, राम स्यों कर प्रीत, राम स्यों कर प्रीत, स्यों कर प्रीत। राम स्यों कर प्रीत, स्यों कर प्रीत, राम स्यों कर प्रीत, राम स्यों कर प्रीत।
रे मन राम स्यों कर प्रीत, राम स्यों कर प्रीत, राम स्यों कर प्रीत, राम स्यों कर प्रीत। रे मन राम स्यों कर प्रीत, सर्वन गोदंग गुण सुनो, हर गावो रसना गीत। कर साध संगत सिमर माधो, साधु संगत सिमर माधो, होए पतत पतीत। आज काल खुन तोहे जरस है, काल ब्याल ज्यों परयो डोलै। मुख पसार नीत, आज काल खुन तोहे जरस है, समझ राख्यो चीत। कह नानक राम भज ले, कह नानक राम भज ले, राम भज ले। जाते अवसर बीत, अजे कुछ ना बिगड़िया तेरा, वाहिगुरु नाम जप ले मना। कुछ ना बिगड़िया तेरा, वाहिगुरु नाम जप ले मना।
ਜਪ ਲੈ ਮਨਾ ਵਾਹਿਗੁਰੂ ਨਾਮ ਦੀ ਜਪ ਲੈ ਮਨਾ कृष्णा बिगड़िया तेरा बिगड़िया तेरा वाहिगुरू नाम जप ले मना अजे कुछ ना बिगड़िया तेरा वाहिगुरू नाम जप ले मना अजमू कश बिगड़ियो नहीं जो प्रभ गुण गावे कहो नानक ए भजन ते निर्भय पद पावे सर्बत साध संगत जो दूरों नेड़े तो चल के दुनियावी धंधे धंधारां तो छुटकारा पा के कथा कीर्तन गुरबाणी गुरमत विचारां दा लाहा लैण वास्ते पहुंचना कीता है गुरु दरबार विच। जुगो जुग अटल सतगुरु तख्त चावर वडभागा समा सत संगत दा प्राप्त हो रही है। साध संगत आप सरबत माई भाई हर महीने की तरह जो साध संगत दीवान सजदे ने उन्हां दे विच हाजरियां भरन वास्ते दूरों नेड़े तो चल के उद्यम उपराला करके गुरु चरनां दे विच अपड़दे हो। साध संगत ये गुरु साहिबां दा प्यार ही है। सतसंग दे प्रति साध संगत साडा स्नेह है। किते भगत फरीद जियां ने जिक्र कीता सी समा साध संगत ऐसा बनया उन्हां दे सामने सर्दियां दे दिन अपने मुर्शद वास्ते गुरु वास्ते जल गर्म करना सी। कितों साध संगत अग मिलती रही बारिश पै रही है जिहड़ी अग चुल्ह विच दबी सी कणियां पैण करके मींह पैण करके वो भी बुझ चुकी है। भगत फरीद जियां दा बिरद शरीर साध संगत दो उमरां दे विच ठंड ज़्यादा लगदी है जां बच्चिआं नूं जां बजुर्गां नूं। बारिश पै रही है ठंड दा समा है
ਭਗਤ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਹੈ, ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਸਾਧ ਸੰਗਤ ਉਹ ਆਖ ਰਹੇ ਨੇ, ਕਹਿੰਦੇ ਗੱਲਾਂ ਸਾਹਮਣੇ ਦੋ ਨੇ, ਜੇ ਤੇ ਤੁਰਦਾ ਸਰੀਰ ਭਿੱਜਦਾ, ਬਸਤਰ ਭਿੱਜਦੇ ਹੈ, ਕੱਪੜੇ ਭਿੱਜਦੇ ਹੈ, ਤੇ ਜੇ ਅੱਜ ਘਰੋਂ ਬਾਹਰ ਪੈਰ ਨਹੀਂ ਰੱਖਦਾ ਤੇ ਫਿਰ ਜਿਹੜਾ ਮੇਰਾ ਨਿਤ ਦਾ ਨਿਤਨੇਮ ਹੈ, ਜਿਹੜਾ ਮੇਰਾ ਗੁਰੂ ਦੇ ਨਾਲ ਪਿਆਰ ਹੈ, ਜਿਹੜਾ ਮੇਰਾ ਸੇਵਾ ਦੇ ਨਾਲ ਰਿਸ਼ਤਾ ਹੈ, ਉਹ ਟੁੱਟ ਜਾਵੇਗਾ। ਹੁਣ ਸਾਧ ਸੰਗਤ ਸੋਚ ਰਹੇ ਨੇ ਇੱਕ ਚੀਜ਼ ਬਚਾਣੀ ਪਵੇਗੀ ਤੇ ਇੱਕ ਚੀਜ਼ ਗਵਾਣੀ ਪਵੇਗੀ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਵੋ, ਪਿਆਰ ਦੇ ਨੇ ਤੇ ਆਪਣੇ ਸਾਧ ਸੰਗਤ ਪਿਆਰੇ ਨਾਲ ਹੈ, ਮੁਰਸ਼ਿਦ ਨਾਲ ਹੈ, ਗੁਰੂ ਨਾਲ ਹੈ, ਨਾਲ ਪਿਆਰੇ ਨੇਹੋ, ਪਰ ਚੱਲਾਂ ਤਾਂ ਭਿੱਜੈ ਕੰਬਲੀ। ਜੇ ਤੁਰਦਾ ਤੇ ਬਸਤਰ ਮੇਰੇ ਗਿੱਲੇ ਹੁੰਦੇ ਹੈ, ਮੇਰੀ ਕੰਬਲੀ ਭਿੱਜਦੀ ਹੈ, ਮੇਰਾ ਸਰੀਰ ਭਿੱਜਦਾ, ਜੇ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਜੇ ਰਹਿੰਦਾ ਤਾਂ ਪ੍ਰੀਤ ਟੁੱਟਦੀ ਹੈ। ਐਸਾ ਪਿਆਰ ਸਾਧ ਸੰਗਤ ਵਿਰਲਿਆਂ ਦੇ ਹਿੱਸੇ ਵਿੱਚ ਆਇਆ ਹੈ, ਜਿਨ੍ਹਾਂ ਦੀ ਇਹ ਭਾਵਨਾ ਹੁੰਦੀ ਹੈ ਬਈ ਜੇ ਮੈਂ ਅੱਜ ਨਾ ਗੁਰਾਂ ਦੇ ਜਾਵਾਂ, ਨਿਤਨੇਮ ਟੁੱਟ ਜਾਵੇਗਾ। ਅੱਜ ਨਾ ਗੁਰਾਂ ਦੇ ਜਾਵਾਂ, ਨਿਤਨੇਮ ਟੁੱਟ ਜਾਵੇਗਾ।
ਸਰੀਰਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹੋ। ਜੇ ਦਇਆ ਤੇ ਵਸਤਰ ਸਰੀਰ ਭਿੱਜੇਗਾ ਤੇ ਜੇ ਰਹਿਆ ਤੇ ਮੇਰਾ ਗੁਰੂ ਦੇ ਨਾਲੋਂ ਪਿਆਰ ਟੁੱਟੇਗਾ। ਸੋ ਸਾਧ ਸੰਗਤ ਐਸੀ ਪ੍ਰੀਤ ਵਾਲੇ, ਐਸੀ ਭਾਵਨਾ ਵਾਲੇ ਵਿਰਲੇ ਹੁੰਦੇ। ਗੁਰੂ ਦੇ ਸਿੱਖ ਸਾਧ ਸੰਗਤ ਬੜੇ। ਇੱਕ ਉਹ ਸਿੱਖ ਨੇ ਜਿਨ੍ਹਾਂ ਨੇ ਸਾਧ ਸੰਗਤ ਸੰਗਰਾਂਦ ਤੇ ਗੁਰਦੁਆਰੇ ਆਉਣਾ, ਉਹਨਾਂ ਨੂੰ ਸੰਗਰਾਂਦੀ ਸਿੱਖ ਆਖਦੇ। ਇੱਕ ਉਹ ਨੇ ਜਿਨ੍ਹਾਂ ਨੇ ਸਾਧ ਸੰਗਤ ਕਿਸੇ ਦਿਨ ਤਿਉਹਾਰ ਤੇ, ਜਿਵੇਂ ਗੁਰਪੁਰਬ ਹੁੰਦੇ ਆ, ਗੁਰਪੁਰਬ ਵਾਲੇ ਦਿਨ ਹੀ ਗੁਰਦੁਆਰੇ ਮੱਥਾ ਟੇਕ ਕੇ ਆਉਣਾ, ਉਹ ਭਾਈ ਗੁਰਪੁਰਬੀ ਸਿੱਖ ਹੁੰਦੇ। ਤੇ ਸਾਧ ਸੰਗਤ ਇੱਕ ਉਹ ਹੁੰਦੇ ਨੇ ਜਿਨ੍ਹਾਂ ਨੇ ਰੋਜ਼ਾਨਾ ਆਪਣੇ ਨੇਮ ਦੇ ਨਾਲ ਗੁਰਦੁਆਰੇ ਜਾਣੇ ਜਾਣਾ, ਉਹਨਾਂ ਨੂੰ ਆਖਦੇ ਨੇ ਨਿਤਨੇਮੀ ਸਿੱਖ। ਇੱਕ ਸਾਧ ਸੰਗਤ ਕਿਸੇ ਖਾਸ ਦਿਨ ਬਾਣੀ ਪੜ੍ਹੇਗਾ। ਚਲੋ ਜੀ ਅੱਜ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ, ਅੱਜ ਪਾਠ ਕਰ ਲੈਂਦੇ। ਅੱਜ ਗੁਰੂ ਨਾਨਕ ਮਹਾਰਾਜ ਜੀਆਂ ਦਾ ਗੁਰਪੁਰਬ ਹੈ, ਅੱਜ ਪਾਠ ਕਰ ਲੈਂਦੇ। ਤੇ ਸਾਧ ਸੰਗਤ ਇੱਕ ਉਹ ਹਨ ਜਿਨ੍ਹਾਂ ਦਾ ਰੋਜ਼ ਦਾ ਨਿਤਨੇਮ ਹੈ ਗੁਰਬਾਣੀ ਪੜ੍ਹਨੀ। ਜਿਉਂ ਪ੍ਰਾਨੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰੂ ਬਿਨ ਮਰ ਜਾਈ। ਧਰਤੀ ਸੋਭ ਕਰੇ ਜਲ ਬਰਸੇ, ਗੁਰ ਸਿੱਖ ਗੁਰ ਮਿਲ ਬਿਗਸਾਈ। ਇੱਕ ਦਾ ਸਾਧ ਸੰਗਤ ਰੋਜ਼ ਦਾ ਨਿਤਨੇਮ ਹੈ ਬਾਣੀ ਪੜ੍ਹਨੀ, ਪਾਠ ਕਰਨਾ, ਗੁਰ ਸ਼ਬਦ ਦਾ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ। ਸੋ ਉਹਨਾਂ ਨੂੰ ਨਿਤਨੇਮੀ ਸਿੱਖ ਆਖਿਆ ਜਾਂਦਾ। ਤੇ ਸਾਧ ਸੰਗਤ ਗੁਰੂ ਘਰ ਦੇ ਵਿੱਚ ਨਿਤਨੇਮੀ ਪ੍ਰਵਾਨ ਨੇ। ਸਤਿਗੁਰੂ ਦੇ ਘਰ ਦੇ ਵਿੱਚ ਸਾਧ ਸੰਗਤ ਨਿਸਕਾਮ ਸੇਵਾ ਕਰਨ ਵਾਲੇ ਪ੍ਰਵਾਨ ਨੇ। ਕਿਉਂਕਿ ਬਾਣੀ ਨੇ ਨਾ ਤਾਂ ਅਹਿਮੀਅਤ ਦਿੱਤੀ ਹੈ ਜਾਤ ਨੂੰ, ਨਾ ਸਾਧ ਸੰਗਤ ਕੁਲ ਨੂੰ, ਨਾ ਧਨ ਨੂੰ, ਨਾ ਸਾਧ ਸੰਗਤ ਸਰੀਰ ਦੀ ਸੁੰਦਰਤਾ ਨੂੰ, ਨਾ ਚਤਰਾਈ ਸਿਆਣਪ ਨੂੰ। ਗੁਰਬਾਣੀ ਨੇ ਸਾਧ ਸੰਗਤ ਸਭ ਤੋਂ ਅੱਗੇ ਰੱਖਿਆ ਹੈ ਹਿਰਦੇ ਦੇ ਪਿਆਰ ਨੂੰ। ਮਹਾਰਾਜ ਕਹਿੰਦੇ ਅਤ ਸੁੰਦਰ ਕਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਇੰਨੀਆਂ ਚੀਜ਼ਾਂ ਦੇ ਬਾਵਜੂਦ ਬੜੀ ਸੁੰਦਰਤਾ ਹੈ, ਬੜਾ ਸੋਹਣਾ ਸਰੀਰ ਹੈ, ਲੋੜੇ ਦੀ ਸੁੰਦਰਤਾ ਹੈ। ਅਤ ਸੁੰਦਰ ਕੁਲੀਨ, ਬੜੀ ਉੱਚੀ ਕੁਲ ਹੈ, ਜਿਹਨੂੰ ਦੁਨੀਆ ਵਾਲੇ ਆਖਦੇ ਨੇ ਕਿ ਬੜੀ ਉੱਚੀ ਕੁਲ ਵਿੱਚ ਪੈਦਾ ਹੋਇਆ ਹੈ। ਅਤ ਸੁੰਦਰ ਕੁਲੀਨ ਚਤਰ, ਸਿਆਣਾ ਬੜਾ, ਸਿਆਣੀਆਂ ਗੱਲਾਂ ਬੜੀਆਂ ਕਰਦਾ। ਮੁਖ ਗਿਆਨੀ, ਮੁਖੋਂ ਥੋੜੀਆਂ ਬਹੁਤੀਆਂ ਗਿਆਨ ਦੀਆਂ ਗੱਲਾਂ ਵੀ ਕਰ ਲੈਂਦਾ। ਇੱਕ ਹਿਰਦੇ ਦੇ ਗਿਆਨੀ ਹੁੰਦੇ, ਇੱਕ ਹਿਰਦੇ ਦੇ ਗਿਆਨੀ ਹੁੰਦੇ, ਇੱਕ ਸਾਧ ਸੰਗਤ ਮੁਖ ਦੇ ਗਿਆਨੀ ਹੁੰਦੇ। ਦੂਜਿਆਂ ਨੂੰ ਹੀ ਨਿਰਾਪੁਰਾ ਉਪਦੇਸ਼ ਕਰੀ ਜਾਣਾ, ਦੂਜਿਆਂ ਨੂੰ ਹੀ ਆਖੀ ਜਾਣਾ, ਤੇ ਸਾਧ ਸੰਗਤ ਆਪ ਗੱਲ ਕਮਾਉਣੀ ਕੋਈ ਨਾ। ਅੱਜ ਸਾਧ ਸੰਗਤ ਜੇ ਵੇਖਿਆ ਜਾਵੇ ਤੇ ਗੁਰਬਾਣੀ ਕਿਤੇ ਹੱਥੀਂ ਲਿਖੇ ਜਾਂਦੇ ਸਨ ਮਹਾਰਾਜ ਦੇ ਸਰੂਪ। ਪਹਿਲਾਂ ਭਾਈ ਗੁਰਦਾਸ ਜੀ ਨੇ ਸਾਧ ਸੰਗਤ 1604 ਈਸਵੀ ਦੇ ਵਿੱਚ ਲਿਖਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਇਆ।
ਉਸੇ ਸਰੂਪ ਤੋਂ ਇੱਕ ਉਤਾਰਾ ਹੋਰ ਕੀਤਾ। ਜਦੋਂ ਜਿਲਦ ਚੜਾਉਣ ਵਾਸਤੇ ਗਏ ਲਾਹੌਰ ਤੋਂ, ਭਾਈ ਬੰਨੋ ਵਾਲੀ ਬੀੜ ਦੇ ਨਾਂ ਨਾਲ ਉਹ ਸਤ ਸੰਗਤ ਸੰਗਤਾਂ ਦੇ ਵਿੱਚ ਜਾਣੀ ਜਾਂਦੀ ਹੈ। ਉਹਦੇ ਵਿੱਚ ਭਾਈ ਬੰਨੋ ਨੇ ਕੁਝ ਸ਼ਬਦ ਜ਼ਿਆਦਾ ਪਾ ਦਿੱਤੇ ਤੇ ਉਦੋਂ ਬਾਅਦ 102 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1706 ਈਸਵੀ ਦੇ ਵਿੱਚ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਣੀ ਸਿੰਘ ਜੀ ਨੂੰ ਨਾਲ ਬਾਬਾ ਦੀਪ ਸਿੰਘ ਜੀ ਨੂੰ ਲਖਾਰੀ ਲਾ ਕੇ ਸਾਧ ਸੰਗਤ 9 ਮਹੀਨਿਆਂ ਦੇ ਵਿੱਚ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰੂਪ ਲਿਖਾਏ, ਨਾਲੇ ਸੰਥਿਆ ਦਿੱਤੀ, ਨਾਲੇ ਸਾਧ ਸੰਗਤ ਗੁਰਬਾਣੀ ਦੀ ਕਥਾ ਸੁਣਾਈ, ਅਰਥ ਦੱਸੇ। ਸੋ ਵਿਚਾਰ ਕਰਦੇ ਸੀ, ਕਿਤੇ ਹੱਥੀਂ ਲਿਖੇ ਜਾਂਦੇ, ਫਿਰ ਉਹਨਾਂ ਦੇ ਉਤਾਰੇ ਕੀਤੇ ਜਾਂਦੇ। ਅੱਜ ਸਾਧ ਸੰਗਤ ਵੱਡੀਆਂ ਵੱਡੀਆਂ ਪ੍ਰੈਸਾਂ ਨੇ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਗੁਰੂ ਦਾ ਸਿੱਖ ਅਪੜਿਆ ਨਾ, ਜਿੱਥੇ ਗੁਰੂ ਦਾ ਸਿੱਖ ਅਪੜਿਆ, ਉੱਥੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਪਹੁੰਚ ਚੁੱਕੇ। ਦੁਨੀਆ ਦੇ ਕਿਸੇ ਕੋਨੇ ਦੇ ਵਿੱਚ, ਭਾਵੇਂ ਉਹ ਅਰਬ ਕੰਟਰੀ ਹੈ, ਭਾਵੇਂ ਕੋਈ ਏਸ਼ੀਆ ਦਾ ਦੇਸ਼ ਹੈ, ਭਾਵੇਂ ਕੋਈ ਯੂਰਪ ਦੀਆਂ ਕੰਟਰੀਆਂ ਹਨ, ਜਿੱਥੇ ਜਿੱਥੇ ਗੁਰੂ ਦੇ ਸਿੱਖ ਰਹਿ ਰਹੇ ਨੇ, ਉੱਥੇ ਉੱਥੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅਪੜ ਚੁੱਕੇ, ਗੁਰਦੁਆਰਾ ਸਾਹਿਬ ਬਣ ਚੁੱਕੇ। ਸੰਗਤਾਂ ਰਲ ਮਿਲ ਕੇ ਬਾਣੀ ਪੜ੍ਹਦੀਆਂ, ਪਾਠ ਸੁਣਦੀਆਂ, ਕੀਰਤਨ ਕਰਦੀਆਂ ਨੇ। ਉੱਥੇ ਉੱਥੇ ਸਤਿਗੁਰੂ ਅਪੜ ਚੁੱਕੇ ਹੈ। ਸਤਿਗੁਰੂ ਤੇ ਸਾਡਾ ਵਿਸ਼ਵ ਗੁਰੂ ਹੈ। ਧਿਆਨ ਮਾਰਿਓ, ਜੇ ਸਰੀਰ ਕਰਕੇ ਹੁੰਦਾ ਤੇ ਸਾਧ ਸੰਗਤ ਗੁਰੂ ਨੇ ਇੱਕ ਜਗ੍ਹਾ ਹੋਣਾ ਸੀ, 2 ਜਗ੍ਹਾ ਹੋਣਾ ਸੀ, 3 ਜਗ੍ਹਾ, 4 ਜਗ੍ਹਾ ਹੋਣਾ ਸੀ। ਗੁਰੂ ਸ਼ਬਦ ਕਰਕੇ ਸਾਧ ਸੰਗਤ ਹਰ ਇੱਕ ਜਗ੍ਹਾ ਤੇ ਅਪੜ ਚੁੱਕਾ। ਸਰੀਰ ਕਰਕੇ 2 ਜਗ੍ਹਾ ਹੁੰਦਾ, 100 ਗੁਰਸਿੱਖ ਦੇ ਕੋਲ ਹੁੰਦਾ, 1000 ਗੁਰਸਿੱਖ ਦੇ ਸਾਹਮਣੇ ਸਤਿਗੁਰੂ ਦਰਸ਼ਨ ਦੇ ਰਹੇ, ਲੱਖ ਗੁਰਸਿੱਖ ਦੇ ਸਾਹਮਣੇ ਸਤਿਗੁਰੂ ਦਰਸ਼ਨ ਦੇ ਰਹੇ ਹੁੰਦੇ। ਸ਼ਬਦ ਕਰਕੇ ਸਤਿਗੁਰੂ ਹਰ ਇੱਕ ਗੁਰਸਿੱਖ ਦੇ ਹਿਰਦੇ ਦੇ ਵਿੱਚ ਵਸ ਰਹੇ। ਅੱਜ ਦਾ ਸਮਾਂ, ਅੱਜ ਦਾ ਜਿਹੜਾ ਯੁੱਗ ਹੈ, ਇਹ ਸਾਧ ਸੰਗਤ ਸ਼ਬਦ ਦਾ ਯੁੱਗ ਹੈ। ਤੇ ਸਤਿਗੁਰਾਂ ਨੇ ਸਾਨੂੰ ਗੁਰੂ ਹੀ ਸ਼ਬਦ ਰੂਪ ਦਿੱਤਾ। ਵਿਚਾਰ ਕਰਦੇ ਸੀ ਸਾਧ ਸੰਗਤ ਬਾਣੀ ਉਹ ਹੀ ਹੈ। ਅੱਜ ਸਗੋਂ ਬਾਣੀ ਦਾ ਪਸਾਰਾ ਜ਼ਿਆਦਾ ਹੋ ਚੁੱਕਾ ਹੈ। ਅੱਜ ਸਾਧ ਸੰਗਤ ਪਿੰਡ ਪਿੰਡ ਗੁਰਦੁਆਰਾ ਸਾਹਿਬ ਬਣ ਚੁੱਕੇ ਨੇ। ਪਰ ਦੂਜੇ ਪਾਸੇ ਵੇਖਿਆ ਜਾਵੇ ਤੇ ਗੁਰਬਾਣੀ ਦੇ ਨਾਲ ਸਾਧ ਸੰਗਤ ਪਿਆਰ ਰੱਖਣ ਵਾਲੇ, ਗੁਰਬਾਣੀ ਨਾਲ ਪ੍ਰੀਤ ਰੱਖਣ ਵਾਲੇ, ਗੁਰੂ ਸਾਹਿਬ ਦੇ ਨਾਲ ਸਾਂਝ ਰੱਖਣ ਵਾਲੇ ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਨੇ। ਤੇ ਇਸੇ ਚੀਜ਼ ਦੀ ਤੇ ਸਾਧ ਸੰਗਤ ਗੁਰੂ ਘਰ ਦੇ ਵਿੱਚ ਮਹਾਨਤਾ ਹੈ। ਸਤਿਗੁਰੂ ਨਾ ਤੇ ਕੁੱਲ ਵੇਖ ਰਹੇ ਨੇ, ਨਾ ਸਰੀਰ ਦੀ ਸੁੰਦਰਤਾ ਵੇਖ ਰਹੇ ਨੇ, ਨਾ ਸਾਧ ਸੰਗਤ ਸਿਆਣਪ ਵੇਖ ਰਹੇ ਨੇ, ਨਾ ਮੁਖ ਦਾ ਗਿਆਨ ਵੇਖ ਰਹੇ ਨੇ ਵੀ ਕਿੰਨੀਆਂ ਕੁ ਗਿਆਨ ਦੀਆਂ ਗੱਲਾਂ ਕਰਦੇ ਨੇ, ਨਾ ਵੇਖ ਰਹੇ ਨੇ ਧਨ ਕਿੰਨਾ ਇਹਦੇ ਕੋਲ, ਪੈਸਾ ਕਿੰਨਾ ਹੈ, ਨਾ ਇਹ ਚੀਜ਼ ਵੇਖੀ ਜਾਂਦੀ ਹੈ। ਸਤਿਗੁਰੂ ਪਤਾ ਕੀ ਵੇਖਦਾ? ਗੁਰੂ ਵੇਖਦਾ ਸਾਧ ਸੰਗਤ ਹਿਰਦੇ ਦਾ ਪਿਆਰ। ਉਹ ਸੱਚੀਆਂ ਪ੍ਰੀਤਾਂ ਵਾਲੇ ਚੰਗੇ ਲੱਗਦੇ ਸਤਿਗੁਰ।
ਮੁਹੱਬਤ ਜਿਨ ਸੀ ਸੱਚਿਆਂ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ। ਉਹ ਕਹਿੰਦੇ ਜਿਨ੍ਹਾਂ ਦਾ ਹਿਰਦਿਓਂ ਪਿਆਰ ਹੈ, ਮਹਾਰਾਜ ਕਹਿੰਦੇ ਉਹ ਭਾਈ ਸੱਚੇ, ਉਹ ਪੱਕੇ। ਪੱਕੇ ਦੀ ਨਿਸ਼ਾਨੀ ਗੁਰਬਾਣੀ ਕੀ ਦੱਸ ਰਹੀ ਹੈ? ਭਗਤ ਫਰੀਦ ਜੀ ਦੇ ਵਚਨ ਹਨ, ਦਿਲੋਂ ਮੁਹੱਬਤ ਜਿਨ ਸਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ। ਜਿਨ੍ਹਾਂ ਦੇ ਮਨ ਵਿੱਚ ਹੋਰ ਹੈ, ਸਾਧ ਸੰਗਤ ਮੁਖ ਦੇ ਵਿੱਚ ਹੋਰ ਹੈ, ਬਾਣੀ ਨੇ ਉਹਨਾਂ ਨੂੰ ਕੱਚੇ ਆਖਿਆ। ਕੱਚਾ ਸ਼ਬਦ ਬੜੀ ਜਗ੍ਹਾ ਗੁਰਬਾਣੀ ਵਿੱਚ ਆਇਆ। ਕੱਚੜਿਆਂ ਸਿਉ ਤੋੜ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਸਾਧ ਸੰਗਤ ਰਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸੰਝਾਤਾ ਸਾਈਂ ਝੜ ਝੜ ਪੰਮਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਕੱਚਾ ਸਾਧ ਸੰਗਤ ਸਿਰੇ ਨਹੀਂ ਅੱਪੜਦਾ, ਤੇ ਕੱਚੇ ਦੀ ਨਿਸ਼ਾਨੀ ਦੱਸੀ ਹੈ, ਜਿਨ ਮਨ ਹੋਰ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ। ਉਹ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ, ਇਹੋ ਹੈ ਨਿਸ਼ਾਨੀ ਕੱਚੇ ਦੀ। ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ, ਇਹੋ ਹੈ ਨਿਸ਼ਾਨੀ ਕੱਚੇ ਦੀ। ਆਓ ਸਾਧ ਸੰਗਤ ਵਿਚਾਰ ਇੰਨੇ ਪੱਲੇ ਬੰਨ ਲਈਏ। ਸਤਿਗੁਰੂ ਦੇ ਘਰ ਭਾਈ ਪ੍ਰੀਤ ਭਾਵਨਾ ਤੇ ਸ਼ਰਧਾ ਪ੍ਰਵਾਨ ਹੈ। ਭਗਤ ਫਰੀਦ ਜੀਆਂ ਤੇ ਵਿਚਾਰ ਕਰ ਰਹੇ ਸੀ। ਸਮਾਂ ਇਹੋ ਜਿਹਾ ਬਣਿਆ ਜੇ ਤੁਰਦਾ ਤੇ ਕਹਿੰਦਾ ਬਿਰਧ ਸਰੀਰ ਵਸਤਰ ਭਿੱਜਦੇ, ਸਰੀਰ ਭਿੱਜਦਾ। ਜੇ ਰਹਿੰਦਾ ਤਾਂ ਜਿਹੜਾ ਰੋਜ਼ ਦਾ ਨਿਤਨੇਮ ਅੰਮ੍ਰਿਤ ਵੇਲੇ ਪਹਿਲਾਂ ਜਾਗਣਾ ਆਪਣੇ ਮੁਰਸ਼ਿਦ ਦੇ ਨਾਲੋਂ, ਤੇ ਫਿਰ ਅੱਗ ਬਾਲ ਕੇ ਪਾਣੀ ਗਰਮ ਕਰਨਾ, ਇਸ਼ਨਾਨ ਕਰਾਉਣਾ। ਅੱਜ ਬਾਰਿਸ਼ ਪੈ ਰਹੀ ਸੀ, ਜਿਹੜੀ ਅੱਗ ਦੱਬ ਕੇ ਸੁੱਤਾ ਸਾਂ, ਅੱਗ ਦੱਬਣੀ। ਪਹਿਲੇ ਸਮਿਆਂ ਦੇ ਵਿੱਚ ਸਾਧ ਸੰਗਤ ਰਾਤ ਨੂੰ ਜਿਹੜੇ ਕੋਲੇ ਬਚਦੇ ਨਾ, ਉਹਨਾਂ ਨੂੰ ਚੁੱਲ੍ਹ ਵਿੱਚ ਰੱਖ ਕੇ ਤੇ ਉੱਤੇ ਉਹਨਾਂ ਦੇ ਵਾਹਵਾ ਸਾਰੀ ਸਵਾਹ ਪਾ ਦਿੱਤੀ ਜਾਂਦੀ।
ਤੇ ਸਵੇਰੇ ਮਾਈਆਂ ਬੀਬੀਆਂ ਜਦੋਂ 4 ਵਜੇ ਸਾਧ ਸੰਗਤ ਉੱਠਦੀਆਂ ਤੇ ਉਹ ਸਵਾਹ ਪਰਾਂ ਕਰਕੇ ਤੇ ਸੁੱਕਾ ਸਾਧ ਸੰਗਤ ਬਾਲਣ ਰੱਖ ਕੇ ਫੂਕਾ ਮਾਰ ਕੇ ਉਹੀ ਅੱਗ ਮੰਗਾ ਲੈਣੀ। ਉਹਨੂੰ ਆਖਦੇ ਸਨ ਅੱਗ ਦੱਬਣਾ। ਸੋ ਉਹ ਅੱਗ ਸਾਧ ਸੰਗਤ ਬੁਝ ਚੁੱਕੀ ਹੈ। ਕਹਿੰਦਾ ਕਿਸੇ ਦੇ ਘਰੋਂ ਅੱਗ ਲੈ ਕੇ ਆਉਣੀ ਪਵੇਗੀ। ਤੇ ਬਿਰਧ ਸਰੀਰ 36 ਸਾਲ ਤੇ ਤਪ ਕਰਦੇ ਲੰਘੇ ਸਨ ਭਗਤ ਫਰੀਦ ਜੀ ਆਂਦੇ। ਬਿਰਧ ਸਰੀਰ। ਹੁਣ ਕਈਆਂ ਦੇ ਮਨਾਂ ਦੇ ਵਿੱਚ ਇਹ ਵੀ ਖਿਆਲ ਆ ਜਾਂਦਾ ਹੈ, ਅਸੀਂ ਕਈ ਵਾਰ ਸੁਣਿਆ, ਉਹ ਕਹਿੰਦਾ ਵੀ ਮੈਂ ਇੱਕ ਵਾਰੀ ਸ਼ਰਾਬ ਪੀ ਲਈ 100 ਵਾਰ ਪੀ ਲਈ, ਕੀ ਫਰਕ ਪੈਂਦਾ ਹੁਣ ਜਾਵਾਂ ਭਾਵੇਂ ਨਾ ਜਾਵਾਂ ਗੁਰਦੁਆਰੇ, ਇੱਕ ਵਾਰੀ ਔਗਣ ਕਰ ਲਿਆ 100 ਵਾਰੀ ਕਰ ਦਵਾਂ ਤੇ ਕੀ ਫਰਕ ਪੈਣਾ। ਹੁਣ ਕਿਹੜਾ ਕੁਝ ਬਣ ਸਕਦਾ। ਬਹੁਤੇ ਬਜ਼ੁਰਗ ਕਹਿੰਦੇ ਵੇਖੀ ਦੇ, ਉਹ ਕਹਿੰਦੇ ਹੁਣ ਤੇ ਬਹੁਤੀ ਲੰਘ ਗਈ, ਥੋੜੀ ਰਹਿ ਗਈ, ਹੁਣ ਕੀ ਫਾਇਦਾ। ਹੁਣ ਤੇ ਬਹੁਤੀ ਲੰਘ ਗਈ, 60 ਵਰੇ ਲੰਘ ਗਏ ਤੇ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਪੀਣ ਤੋਂ ਬਿਨਾ। ਹੁਣ ਤੇ ਬਹੁਤੀ ਲੰਘ ਗਈ, ਥੋੜੀ ਰਹਿ ਗਈ, 60 ਨੂੰ ਢੁਕਿਆ ਤੇ ਹੁਣ 5-7 ਸਾਲਾਂ ਬਦਲੇ ਕੱਲ ਨੂੰ ਸਾਣ ਚਾੜਨਾ। ਕਈਆਂ ਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਪਰ ਭਾਈ ਗੁਰਦਾਸ ਜੀ ਨੇ ਉਹਨਾਂ ਵਾਸਤੇ ਆਪਣੇ ਕਬਿੱਤ ਸੋਈਆਂ ਵਿੱਚ ਉਦਾਹਰਨ ਦਿੱਤੀ ਹੈ ਬੜੀ ਸੋਹਣੀ। ਅਸੀਂ ਆਮ ਕਰਕੇ ਦੀਵਾਨਾਂ ਵਿੱਚ ਗੱਲ ਕਰਦੇ, ਕਿਸੇ ਪ੍ਰਚਾਰਕ ਦੀ ਗੱਲ ਨਾ ਮੰਨਿਆ ਕਰੋ, ਕਿਸੇ ਮਹਾਂਪੁਰਖ ਦੀ ਗੱਲ ਜੇ ਨਹੀਂ ਮੰਨਣੀ ਤੇ ਨਾ ਮੰਨੋ। ਪਰ ਗੁਰੂ ਘਰ ਦੇ ਸਾਧ ਸੰਗਤ, ਵੱਡੇ ਵਿਦਵਾਨ, ਸ਼੍ਰੋਮਣੀ ਵਿਦਵਾਨ ਭਾਈ ਗੁਰਦਾਸ ਜੀ ਦੀ ਗੱਲ ਤੇ ਸਾਨੂੰ ਮੰਨਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਨਾਉ ਬੂੜਤ ਸਹਿ ਜੋ ਬਚੈ ਸੋਈ ਭਲੋ, ਬੂੜ ਮੂਏ ਪਾਛੇ ਪਛਤਾਇਓ ਰਹਿ ਜਾਤ ਹੈ। ਨਾਉ ਕਹਿੰਦੇ ਬੇੜੀ ਨੂੰ, ਉਹ ਕਹਿੰਦੇ ਬੇੜੀ ਵਿੱਚ ਦਰਿਆ ਸਮੁੰਦਰ ਦੇ ਡੁੱਬਣ ਲੱਗੇ ਤੇ ਜਿੰਨੇ ਕੋ ਵੀ ਉਹਦੇ ਵਿੱਚੋਂ ਬਚਾ ਸਕਦੇ ਆ ਆਪਾਂ ਬਚਾ ਲਈਏ, ਜੇ ਸਾਰੇ ਡੁੱਬ ਗਏ ਫਿਰ ਤੇ ਪਛਤਾਵਾ ਹੀ ਰਹਿ ਜਾਣਾ ਪੱਲੇ। जैसे नाव बूढ़त सह जोई जो बचा सोई भलो, बूढ़ मुए पाछे पछतायो रह जाता, डुब के मर गए फिर ते पछतावा रह गए। जैसे घर लागे आग जोई बचे सोई भलो, जार बूझे पाछे काश बासना बसात है। घर नूं लग गई अग ते जिन्ना को बचा होंदा उन्ना कोई बचा लिया, जो सारा कुछ जल के बुझ गया, खाक बन गया, फिर साध संगत समा हाथ नहीं आना। जैसे घर लागे आग जोई बचे सोई भलो, जर बुझे पाछे काश बासना बसात है। फिर कोई चारा नहीं चलता जो सारा कुछ अग ने सुहा कर दिता, फिर हाथ पल्ले साध संगत कुछ नहीं आता। जिन्ना बचा सकता बचा ले। जैसे चोर लागे जागे जोई रहे सोई भलो, सुते पे चोर आ गया ते चोर दे चोरी करदियां करदियां जाग आ गई ते उठ खलोते ते जिन्ना को चोर लै गया ठीक है, जिन्ना को बच गया साध संगत चंगी गल नहीं है। जैसे चोर लागे जागे जोई रहे सोई भलो, सोए रहे रीतो घर देखे उठ पात है। जे सुते रह गया कहते सवेरे उठ के रीतो कहते खाली, कहते सवेरे उठ के बैठेगा सारे घर खाली होया पे। चोर दे चोरी करदे जा गई कुछ बच जावेगा। जैसे चोर लागे जागे जोई रहे सोई भलो, सोए गए रीतो घर देखे उठ प्रात है। दिन चढ़े खाली घर वेखांगे जे सुते ही रह गए। कहंदे इसे तरह तैसे अंत काल गुर चरण शरण आवे। अंत काल जे 40 साल नहीं रहे तो 40 महीने कोल ने तां भी आ जा, कोई गल नहीं।
तैसे अंत काज 40 महीने नहीं रहे ते 40 दिन भी साडे कोल ने तां भी आ जाइए ते जे 40 दिन भी नहीं 40 मिनट भी साडे कोल ने फिर भी आ जाइए जे 40 मिनट नहीं ते 40 सवास साडे कोल ने फिर भी आ जाइए आजा मल बिल्कुल अखीर दा समा जब खड़े दिस रहे ने ते पुत्र दा नाम नारायण रखिया सी किसी महात्मा दे आखे ते आवाजां लग्या मारन जदों डर लगे आपां अपने सकियां नूं संबंधियां नूं सट लगे डर लगे आपां आवाज मारदे हन छोटा पुत्र सी ओनूं आवाजां मारदा सी नारायण नारायण कह के बाणी कहंदी अजामल प्रीत पुत्र प्रत कीनी नारायण बोलारे मेरे ठाकर के मन भाए भावनी जम कंकर मार बिदारे आवाजां मारदा सी पुत्र नूं पर नारायण नाम रब दा वी है ओदा साध संगत केड़ा एक नाम हौं बलिहारी जेते तेरे नाल किन्ने साध संगत नाम ने वाहिगुरु दे हों क्या सलाही किरम जंत वड्डी तेरी वडियाई दी ते साध संगत नारायण नारायण करदे ही तर गए विचार करदे सी तैसे अंत काल गुर चरण शरण आवे अंत समय भी गुरु दे चरणों विच आ जावे भाई गुरदास जी कह रहे ने पावे मोक्ष प्राप्त कर लवेगा निर्वाण पद पा लवेगा आना जाना साध संगत मुक जावेगा जमन मरण दा गेड़ खत्म हो जावेगा पावे मोख पदवी ते जे नहीं आया ते आख दिता नातर बिललात है नहीं तां बिललात कहंदे रोंदे होए नहीं ते रोंदा होया ही जमां दे वस पै जांदा जे ते आ गया फिर ते साध संगत सतगुरां तो उपदेश लैके गुरु तो शब्द लैके साध संगत गुरु दी कृपा सदका मोक्ष प्राप्त कर जांदा ते जे नहीं आया फिर रोंदा करलाउंदा ही साध संगत दुनिया तो तुर जांदा ये नहीं ख्याल करना मेरा 60 साल एवें ही लंघ गए कोई गल नहीं जेड़ा समा लंघ गया वो ते हथ आउणा नहीं जेड़ा समा साडे कोल है इहनूं संभाल लईए पता की कहंदे गुरु तेग बहादुर महाराज सच्चे पातशाह कहंदे सिर कंपियो पग डगमगै नैन जोत ते हीन सिर कंबण लग गया साध संगत सिर कंपियो सारा शरीर सारा वजूद कंब रहा पग डगमगै सीधा तुरिया नहीं जाता पैर डगमगाउंदे ने सिर कंपियो पग डगमगै नैन जोत ते हीन नेत्रां दी साध संगत जोत घट गई नजर घट गई कहो नानक एह विद भई तो ना हर रस लीन कहते आ बेद आ गई हुण आख्या कि हुण नाम जप लै पर अजे भी तैयार नहीं प्यारे जी अजे भी नाम जप लै प्यारे जी अजे भी नाम जप
प्यारे जी देखा जन्म गवाया सारा, देखा जन्म गवाया देखा जन्म गवाया, देखा जन्म गवाया सारा। देखा जन्म गवाया सारा, देखा जन्म गवाया सारा। जन्म गवाया प्यारे जी अजय भी नाम जपदा, प्यारे जी अजय भी नाम जपदा। ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਣ ਕਉ ਨਾਨਕੇ ਵਿਦ ਭਈ ਤਉ ਨਾਰ ਰਸ ਲੀਨ। ਅਜੇ ਵੀ ਇਸ ਪਾਸੇ ਨਹੀਂ ਤੁਰਿਆ। ਸਾਧ ਸੰਗਤ ਕਿੰਨੀ ਸੋਹਣੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ। ਉਹ ਕਹਿੰਦੇ ਡੁੱਬਦੀ ਬੇੜੀ ਚੋਂ ਜਿੰਨਾ ਕੁ ਬਚ ਜਾਵੇ ਓਨਾ ਚੰਗਾ ਹੈ, ਸੜਦੇ ਘਰ ਵਿੱਚੋਂ ਜਿੰਨਾ ਬਚਾ ਲਈਏ ਓਨਾ ਹੀ ਚੰਗਾ ਹੈ। ਘਰ ਨੂੰ ਲੱਗਿਆ ਚੋਰ ਸਮੇਂ ਸਿਰ ਜਾਗ ਆ ਜਾਵੇ, ਜਿੰਨਾ ਕੁ ਰਹਿ ਜਾਵੇ ਓਨਾ ਹੀ ਚੰਗਾ ਕੋਈ। ਇਸੇ ਤਰ੍ਹਾਂ ਜਿੰਨਾ ਜਨਮ ਲੰਘ ਗਿਆ ਬੀਤ ਗਿਆ। ਕਿਸੇ ਦਾ ਚੰਗੇ ਕਰਮਾਂ 'ਚ, ਕਿਸੇ ਦਾ ਮਾੜੇ ਕਰਮਾਂ 'ਚ, ਕਿਸੇ ਦਾ ਸਾਧ ਸੰਗਤ ਕਿਸੇ ਤਰੀਕੇ ਲੰਘ ਗਿਆ, ਕਿਸੇ ਦਾ ਕਿਸੇ ਤਰੀਕੇ। ਜਿਹੜਾ ਲੰਘ ਗਿਆ ਉਹ ਤੇ ਵੇਲਾ ਹੱਥ ਨਹੀਂ ਆਉਣਾ। ਹੁਣ ਬਚਪਨ ਨਹੀਂ ਆਉਣਾ। ਜੇ ਜਵਾਨੀ ਵਿੱਚ ਆ ਤੇ ਸਾਧ ਸੰਗਤ ਬਚਪਨ ਨਹੀਂ ਆਉਣਾ। ਜੇ ਬੁਢਾਪੇ ਵਿੱਚ ਆ ਤੇ ਜਵਾਨੀ ਨਹੀਂ ਆਉਣੀ। ਤੇ ਜੇ ਬੁਢਾਪਾ ਆ ਗਿਆ ਤੇ ਸਾਧ ਸੰਗਤ ਹੁਣ ਨਾ ਬਚਪਨ ਨਾ ਜਵਾਨੀ। ਹੁਣ ਤੇ ਫਰੀਦਾ ਮੌਤੇ ਬੰਨਾ ਇਉਂ ਦਿਸੈ ਜਿਉਂ ਦਰਿਆਵੈ ਢਾਹ। ਹੁਣ ਤੇ ਮੌਤ ਦਾ ਬੰਨਾ ਸਾਧ ਸੰਗਤ ਦਿਸ ਰਿਹਾ, ਢਾਹ ਲੱਗ ਰਹੀ ਹੈ ਨਦੀ ਦੇ ਕਿਨਾਰੇ ਰੁੱਖ ਵਾਂਗੂ। ਫਰੀਦਾ ਮੌਤੇ ਬੰਨਾ ਇਉਂ ਦਿਸੈ ਜਿਉਂ ਦਰਿਆਵੈ ਢਾਹ। ਅਜੇ ਸਾਡੇ ਕੋਲ ਸਮਾਂ ਹੈ। ਆਖਰੀ ਸਵਾਸ ਤੱਕ ਸਾਧ ਸੰਗਤ ਸਾਡੇ ਕੋਲ ਸਮਾਂ ਹੁੰਦਾ। ਇਹ ਨਹੀਂ ਕਿ ਮੈਨੂੰ 15 ਸਾਲ ਹੋ ਗਏ, 40 ਸਾਲ ਹੋ ਗਏ ਬੁਰੇ ਕਰਮ ਕਰਦੇ ਆ, ਔਗਣ ਕਰਦੇ ਆ। ਸਾਧ ਸੰਗਤ ਸਤਿਗੁਰੂ ਦੀ ਬਖਸ਼ਿਸ਼ ਵੱਡੀ ਹੈ, ਗੁਰੂ ਦੀ ਮਿਹਰ ਵੱਡੀ ਹੈ। ਗੁਰੂ ਦੀ ਇੱਕੋ ਹੀ ਨਜ਼ਰ ਸਾਧ ਸੰਗਤ ਤਾਰ ਦਿੰਦੀ ਹੈ। ਗੁਰੂ ਦੀ ਇੱਕੋ ਹੀ ਨਜ਼ਰ ਸਾਰੇ ਸਾਧ ਸੰਗਤ ਪਾਪਾਂ ਨੂੰ ਖਤਮ ਕਰ ਦਿੰਦੀ ਹੈ। ਜਿਵੇਂ ਮਨਾਂ ਦੇ ਮਨ ਲੱਕੜੀ ਪਵੇ ਨਾ, ਲੱਕੜੀ ਪਈ ਹੋਵੇ ਤੇ ਸਾਧ ਸੰਗਤ ਤੀਲੀ ਅੱਗ ਦੀ ਇੱਕੋ ਹੀ ਬਹੁਤ ਹੈ। ਇੱਕੋ ਹੀ ਤੀਲੀ ਸਾੜ ਕੇ ਸਵਾਹ ਕਰ ਦਿੰਦੇ। ਗੁਰੂ ਦੀ ਨਜ਼ਰ ਸਾਧ ਸੰਗਤ ਅਨੇਕਾਂ ਪਾਪਾਂ ਨੂੰ, ਕੁਕਰਮਾਂ ਨੂੰ ਭਸਮ ਕਰ ਦਿੰਦੀ ਹੈ। ਲੋੜ ਹੈ ਗੁਰੂ ਦੇ ਚਰਨਾਂ 'ਚ ਆਉਣ ਦੀ, ਗੁਰੂ ਦੀ ਸ਼ਰਨ ਵਿੱਚ ਆਉਣ ਦੀ। ਇਹ ਨਹੀਂ ਸੋਚਣਾ ਬਾਬਾ ਅਮਰਦਾਸ ਜੀ ਜਿਹੜੇ ਤੀਸਰੇ ਪਾਤਸ਼ਾਹ ਬਣੇ, ਗੁਰੂ ਅਮਰਦਾਸ ਮਹਾਰਾਜ ਬਣੇ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਧ ਸੰਗਤ ਦੁਆਰੇ ਉੱਤੇ ਗਏ ਤੇ ਉਮਰ ਇਤਿਹਾਸ ਕਹਿੰਦਾ ਸੀ 60 ਵਰਿਆਂ ਦੀ ਸੀ ਉਹਨਾਂ ਦੀ। 60 ਸਾਲ ਦੀ ਆਯੂ ਦੇ ਵਿੱਚ ਗੁਰੂ ਧਾਰਿਆ ਉਹਨਾਂ ਨੇ। 60 ਸਾਲ ਦੀ ਆਯੂ ਵਿੱਚ 12 ਸਾਲ ਕੀਤੀ ਗਾਗਰ ਦੀ ਸੇਵਾ। ਬਿਆਸਾ ਦਰਿਆ ਤੋਂ ਜਲ ਲੈ ਕੇ ਆਉਂਦੇ ਸੀ।
ਸਾਧ ਸੰਗਤ 12 ਸਾਲ ਕੀਤੀ ਸੇਵਾ, 60 ਉੱਤੇ 12, 72 ਵਰਿਆਂ ਦੀ ਉਮਰ ਦੇ ਵਿੱਚ ਜਾ ਕੇ ਬਖਸ਼ਿਸ਼ ਹੋਈ। ਗੁਰੂ ਨਾਨਕ ਦੀ ਸਾਧ ਸੰਗਤ ਘਰ ਦੀ ਜੋਤ ਤੇ ਜੁਗਤ ਮਿਲੀ। ਸਾਡੇ ਸਾਹਮਣੇ ਉਦਾਹਰਨਾਂ ਹਨ। ਜਿੰਨਾ ਸਮਾਂ ਸਾਡੇ ਕੋਲ ਸੰਭਾਲ ਲਈਏ, ਇਹ ਨਾ ਹੋਵੇ ਕਿ ਸਾਰੇ ਹੀ ਗਵਾ ਲਈਏ। ਉਹ ਕੌਡੀਆਂ ਦੇ ਭਾਵੇ ਹੀਰਾ ਬੇਕਦਰਾਂ ਦੇ ਹੱਥ ਆੜਿਆ, ਕੌਡੀਆਂ ਦੇ ਭਾਵੇ ਪਤਾ ਹੋਵੇਗਾ ਆਪਾਂ ਨੂੰ ਤੇ ਉਹ ਚਮਕਦਾਰ ਪੱਥਰ ਹੀ ਲੱਗਣਾ। ਤੇ ਉਹਨੇ ਆਖਿਆ ਵੀ ਸੋਹਣਾ ਮੋਤੀ ਮਿਲ ਗਿਆ ਹੈ, ਪਤਾ ਕਰਨਾ ਕੀ ਹੈ? ਕਹਿੰਦਾ ਗਧੇ ਦੇ ਗਲ 'ਚ ਬੰਨਾਂਗੇ ਸੋਹਣਾ ਲੱਗੂਗਾ। ਚਾਹੁੰਦਾ ਤੇ ਸਾਧ ਸੰਗਤ ਉਹਨੂੰ ਵੇਚ ਕੇ ਪੁਸਤਾਂ ਦੀ ਗਰੀਬੀ ਚੁੱਕ ਸਕਦਾ ਸੀ, ਪਰ ਉਹਨੇ ਤੇ ਗਧੇ ਦੇ ਗਲ ਦਾ ਸ਼ਿੰਗਾਰ ਬਣਾ ਦਿੱਤਾ। ਸਵਾਓ ਇਸੇ ਤਰ੍ਹਾਂ ਸਾਧ ਸੰਗਤ ਵਿਰਲੇ ਪੁਰਸ਼ ਹੁੰਦੇ ਨੇ ਜਿਹੜੇ ਇਸ ਸਰੀਰ ਤੋਂ ਪੂਰਾ ਲਾਭ ਪ੍ਰਾਪਤ ਕਰਦੇ। ਖੇਤ ਮਿਲੇ ਨਾ ਹਾੜੀ ਬੀਜੀ ਨਾ ਸੌਣੀ ਬੀਜੀ, ਤੇ ਸਾਧ ਸੰਗਤ ਉਹਦੇ ਤੋਂ ਫਾਇਦਾ ਕੀ ਹੋਇਆ? ਇਹ ਕਰਮ ਭੂਮੀ ਹੈ, ਜਿਹੜਾ ਸਰੀਰ ਹੈ ਕਰਮ ਭੂਮੀ। ਇਹਦੇ ਵਿੱਚ ਸਾਧ ਸੰਗਤ ਕੋਈ ਚੰਗਾ ਬੀਜ ਬੀਜੇ ਹੀ ਨਾ, ਤੇ ਸਾਧ ਸੰਗਤ ਘਾਹ ਫੂਸ ਉੱਗਣ ਲੱਗਾ ਤੇ ਨਾ ਹੀ ਮਿਹਨਤ ਮੰਗਦਾ ਤੇ ਨਾ ਹੀ ਸਾਧ ਸੰਗਤ ਉਹਨੂੰ ਬੀਜਣਾ ਪੈਂਦਾ। ਵਿਕਾਰ ਤੇ ਆਪੇ ਹੋ ਜਾਣੇ, ਮਾੜੇ ਕਰਮ ਤੇ ਨਾ ਚਾਹੁੰਦਿਆਂ ਵੀ ਹੋ ਜਾਂਦੇ। ਆਓ ਸਮਾਂ ਹੋ ਰਿਹਾ ਵਿਚਾਰ ਨੂੰ ਨੇੜੇ ਲੈ ਕੇ ਆਈਏ। ਭਗਤ ਫਰੀਦ ਜੀ ਸੋਚ ਰਹੇ, ਕਹਿੰਦੇ ਜੇ ਮੈਂ ਤੁਰਿਆ ਮੇਰੇ ਬਸਤਰ ਭਿੱਜ ਜਾਣਗੇ, ਤੇ ਜੇ ਮੈਂ ਰਹਿਆ ਤੇ ਜਿਹੜਾ ਮੇਰਾ ਰੋਜ਼ ਦਾ ਨਿਤਨੇਮ ਹੈ, ਅੰਮ੍ਰਿਤ ਵੇਲੇ ਮੇਰੇ ਮੁਰਸ਼ਿਦ ਦੇ ਜਾਗਣ ਦਾ ਵੇਲਾ ਹੋ ਗਿਆ, ਮੈਂ ਇਸ਼ਨਾਨ ਕਰਾਉਣਾ ਹੈ ਤੇ ਅੱਗ ਹੈ ਨਹੀਂ, ਬਾਰਿਸ਼ ਨਾਲ ਬੁਝ ਚੁੱਕੀ ਹੈ, ਤੇ ਮੇਰਾ ਰੋਜ਼ ਦਾ ਨਿਤਨੇਮ ਖੁੰਝ ਜਾਵੇਗਾ। ਫਿਰ ਸਲਾਹ ਕੀਤੀ ਮਨ ਦੇ ਨਾਲ, ਕਹਿਣ ਲੱਗੇ ਜੇ ਵਸਤਰ ਭਿੱਜੇ ਤਾਂ ਕੀ ਇਹ ਸੁੱਕ ਜਾਣਗੇ? ਪਹਿਲਾਂ ਕਿਹੜਾ ਭਿੱਜਦੇ ਨੇ, ਮੈਲੇ ਹੁੰਦੇ ਨੇ, ਧੋਈਦੇ ਨੇ। ਸਰੀਰ ਭਿੱਜਿਆ, ਸਰੀਰ ਨੂੰ ਸਾਫ਼ ਕਰਨ ਵਾਸਤੇ ਰੋਜ਼ ਇਸ਼ਨਾਨ ਕਰਦੇ ਹਾਂ। ਜੇ 4 ਕਣੀਆਂ ਪੈ ਗਈਆਂ ਸਰੀਰ ਤੇ ਤਾਂ ਕੀ ਹੈ, ਕੀ ਹੋ ਚੱਲੇ?
ਵਸਤਰ ਭੇਜੇ ਤਾਂ ਵੀ ਕੋਈ ਗੱਲ ਨਹੀਂ, ਸੁੱਕ ਜਾਣਗੇ। ਸਰੀਰ ਭੇਜਿਆ ਤਾਂ ਵੀ ਕੋਈ ਗੱਲ ਨਹੀਂ। ਤੇ ਜੇ ਠੰਡ ਹੈ, ਹਵਾ ਵਗਦੀ ਹੈ, ਸਰਦੀ ਦੇ ਦਿਨ ਨੇ, ਮੀਂਹ ਪੈ ਰਿਹਾ ਹੈ, ਕੋਈ ਸਰੀਰ ਨੂੰ ਬੁਖਾਰ ਆਦਿਕ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ। ਜੇ ਸਰੀਰ ਵੀ ਚਲਾ ਗਿਆ ਤੇ ਤਾਂ ਵੀ ਕੋਈ ਗੱਲ ਨਹੀਂ। ਸੇਵਾ ਨਾਲੋਂ ਵੱਡੀ ਤੇ ਕੋਈ ਗੱਲ ਨਹੀਂ। ਪਰ ਨਿਤਨੇਮ ਨਹੀਂ ਖੁੰਝਣਾ ਚਾਹੀਦਾ। ਮੇਰਾ ਜਿਹੜਾ ਰੋਜ਼ ਦਾ ਨਿਯਮ ਹੈ, ਮੇਰੀ ਸੇਵਾ ਦੇ ਵਿੱਚ ਭੰਗਣਾ ਨਹੀਂ ਪੈਣੀ ਚਾਹੀਦੀ। ਇਹ ਵਿਚਾਰ ਕੀਤੀ ਆਪਣੇ ਮਨ ਨਾਲ। ਵਸਤਰ ਤੇ ਰੋਜ਼ ਭੇਜਦੇ ਕੋਈ ਗੱਲ ਨਹੀਂ, ਹਵਾ ਦਾ ਝੋਕਾ, ਧੁੱਪ ਲੱਗੇਗੀ, ਸੁੱਕ ਜਾਣਗੇ। ਸਰੀਰ ਰੋਜ਼ ਗਿੱਲਾ ਹੁੰਦਾ ਹੈ, ਸਰੀਰ ਨੂੰ ਸ਼ੁੱਧ ਕਰਨ ਵਾਸਤੇ ਰੋਜ਼ ਇਸ਼ਨਾਨ ਕਰੀਦਾ ਹੈ। ਤੇ ਜੇ ਅੱਜ ਮੀਂਹ ਦੀਆਂ ਕਣੀਆਂ ਪੈ ਗਈਆਂ ਤਾਂ ਕੀ ਫਰਕ ਪੈਂਦਾ ਹੈ। ਤੇ ਸਾਧ ਸੰਗਤ ਮਨ ਵਿੱਚ ਕਰਕੇ ਨਿਸ਼ਚਾ ਆਪਣੇ ਘਰੋਂ ਤੁਰਿਆ। ਸਾਧ ਸੰਗਤ ਭਗਤ ਫਰੀਦ ਜਦੋਂ ਤੁਰਿਆ ਤੇ ਨਜ਼ਰ ਮਾਰਦਾ, ਅਜੇ ਸਾਧ ਸੰਗਤ ਕੋਈ ਵੀ ਨਹੀਂ ਉੱਠਿਆ। ਰਾਤ ਦੇ 2 ਵਜੇ ਦਾ ਸਾਧ ਸੰਗਤ ਸਮਾਂ, 2:30 ਵਜੇ ਦਾ ਸਮਾਂ ਹੋਣਾ ਹੈ। ਇਸ ਵੇਲੇ ਕੌਣ ਉੱਠੇ? ਸਾਰੀ ਦੁਨੀਆ ਸਾਧ ਸੰਗਤ ਸੁੱਤੀ ਪਈ ਹੈ ਆਲਸ ਦੇ ਵਿੱਚ। ਕਿਸੇ ਘਰ ਅੱਗ ਨਹੀਂ ਬਲ ਰਹੀ, ਕਿਸੇ ਘਰ ਸਾਧ ਸੰਗਤ ਚਾਨਣ ਨਹੀਂ ਦਿਸ ਰਿਹਾ। ਤੇ ਅੱਗ ਕਿੱਥੋਂ ਮਿਲੇ? ਸਾਰੇ ਲੋਕ ਸੁੱਤੇ ਪਏ ਨੇ, ਅਜੇ ਤੇ ਉੱਠਿਆ ਕੋਈ ਨਹੀਂ। ਇਹ ਵੇਲੇ ਤੇ ਸਾਧ ਸੰਗਤ ਉਹ ਉੱਠਦੇ ਨੇ ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੁੰਦਾ। ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਣਾ ਮੇਰੇ RAM ਪਿਆਰੇ। ਇਸ ਵੇਲੇ ਤੇ ਸਾਧ ਸੰਗਤ ਉਹ ਜਾਗਦੇ ਜਿਨ੍ਹਾਂ ਨੂੰ ਆਪਾਂ ਗੁਰੂ ਦੇ ਸਿੱਖ ਆਖਦੇ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭੜ ਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭੜ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਦੁਨੀਆ ਤੇ ਸੁੱਤੀ ਪਈ। ਤੁਰਿਆ ਜਾਂਦਾ ਭਗਤ ਫਰੀਦ, ਸਾਧ ਸੰਗਤ ਆਲਾ ਦੁਆਲਾ ਵੇਖਦਾ ਜਾਂਦਾ ਹੈ। ਠੰਡੀ ਹਵਾ, ਸਰਦੀਆਂ ਦੇ ਦਿਨ, ਤੇ ਸਾਧ ਸੰਗਤ ਉਤੋਂ ਮੀਂਹ ਪੈ ਰਿਹਾ, ਨਾਲੇ ਤੁਰਿਆ ਜਾਂਦਾ ਨਾਲੇ ਪੜਦਾ ਜਾਂਦਾ। ਫਰੀਦਾ ਭਿੱਜੋ ਸਿੱਜੋ ਕੰਬਲੀ, ਅੱਲਾ ਬਰਸੈ ਮੇਹੋ, ਜਾਏ ਮਿਲਾ ਤੇ ਨਾ ਸੱਜਣਾ, ਮੇਰਾ ਟੁੱਟੋ ਨਾ ਹੀ ਲੇਹੋ। ਉਹ ਮੇਰਾ ਟੁੱਟੇ ਨਾ ਪਿਆਰ,
प्यार कीती मन दे नाल। तुरया जांदा है हनेरी रात है, बारिश पै रही है, ठंड का महीना ठंडी हवा वग रही है। ਇਹੋ ਜਿਹਾ ਸਮਾਂ ਕਿਤੇ ਪੋਹ ਦੇ ਮਹੀਨੇ ਉਦੋਂ ਵੀ ਆਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਸਾਧ ਸੰਗਤ ਆਨੰਦਗੜ੍ਹ ਦਾ ਕਿਲਾ ਛੱਡਿਆ। ਹਾਲਾਤ ਸਮਾਂ ਅਕਾਲ ਪੁਰਖ ਪਰਖਦਾ ਹੈ ਆਪਣੇ ਪਿਆਰਿਆਂ ਨੂੰ। जिन्ना चिर सोने कोठारी विच ना पाइए उन्ना चिर बाराबंदी का नहीं बनता। इसे तरह मां राम कसवट्टी लाया कंचन सो बिना। साध संगत परखा होंदियां आईयां, इम्तिहान होंदे आए। गुरु दे प्यारे गुरु की कृपा सदका पास होंदे आए। तो भगत गरीब जिया ने जांदे जांदे साध संगत वेखिया एक गणका दे एक वेशवा दे चवारे ते साध संगत दीवा जग रही है। आखण लगा है इस घर दे विचों अग मिल सकती है। इस घर दे विचों अग मिल सकती है। साध संगत जा पहुंचे। हाँ चंगी नहीं है, जगह चंगी नहीं, रहने वाले लोगों के जीवन चंगे नहीं, पर जेड़ा गया है वो तो चंगा है। सोना ते भावें साध संगत गंदी नाली विच पिया तो सोना ही लवेगा। हीरे मोती ते भावें रूड़ियां ते पए होण, उन्होंने तो साध संगत मोती भी रहना है ते गंदगी नूं भावें सोने के महलों के विच लिया के रख दईए, साध संगत उत्ते गंदगी रहेगी। बगला मान सरोवर ते जाके भी बगला ही रहिंदा है, कां मान सरोवर ते जाके भी कां रहिंदा है। हंस छपड़ा के कंढियां ते आ जाण तां भी हंस ही रहे। बाणी ने फैसला दे दिता संत ना छाड़ा संत ही, जे कोटक मिले असंत मलयांगर भयंगम बेटे हो तां शीतलता ना सजान। ਉਹ ਕਹਿੰਦੇ ਮਹਾਂਪੁਰਖ ਆਪਣਾ ਸੁਭਾਅ नहीं ਛੱਡਦੇ, गुरमुख अपना सुभाਅ नहीं छड्डदा, भावें करोड़ों ही मानमुख क्यों ना मिले। संत अपना सुभाअ नहीं छड्डदा, करोड़ों ही ठग चोर क्यों ना मिले। असंत लोग दुष्ट लोग करोड़ों ही क्यों ना मिलना। एक बूटा रुख होके चंदन ने अपनी मर्यादा नहीं छड्डी, सप वलेटे मार के बैठे रहते, सप्पां अंदर विहो चंदन ठंडा, ठंड लैण वास्ते वलेटे मार के चंदन दे दुआले बह जाते हैं। पर चंदन अपनी ठंड नहीं छड्डदा। चंदन साध संगत विशैला नहीं हुंदा, चंदन जहरी नहीं हुंदा, चंदन विच जहर नहीं हुंदा, चंदन दे विचों ते भाई महक की होंदी। बस इहो जिहा जीवन हुंदा। भगत गरीब जी जा खलोते, आवाजा दिता जाके भाई अग चाहिदी है। ओ गणका साध संगत बाहर निकली वेशवा,
भगत फरीद जी नूं वेखिया कि आखण लगी भगत जी संत जी तुहाडा मेरे घर विच की काम? एक चंगियां दे घर नहीं, असीं ते मंदे लोक हां, काले लेख लिखण वाले लोक हां, तुहाडा इत्थे की काम? भगत फरीद जी आखण लगे मैं अज इस घरों थोड़ी जी अग लैण वास्ते आया। बारिश के कारण जिहड़ी मैं अग दब के सुता सी वो चुੱਲ੍ਹ दे विच बुझ गई है। आले दुआले आंढ गुआंढ घरां दे विच वेखिया कितों अग नहीं मिली, तेरे चबारे विच जगदा वेखिया दीवा मैं इत्थे आ गया। मैनूं थोड़ी जी अग लै जाण दे, की करांगा? मैं अपने मुर्शिद दा जाके इशनान कराउणा है, उन्हां दे जागण दा वेला हो गया, पानी गर्म करना है, इशनान कराउणा। वो वेश्वा आखण लगी भगत जी अग लैके जाओ जी, सदके लैके जाओ, पर कीमत देनी पवेगी। कीमत तारनी पैनी। कहते किन्ने पैसे, किन्ने टके, किन्नियां मोहरां दे देना? नहीं, कीमत तारनी पैनी। कहते किन्ने पैसे, किन्ने टके, किन्नियां मोहरां दे देना? नहीं, कहते गल मोहरां नाल नहीं बननी। और की कीमत चाहिए? आखन लगी कि अपनी एक आंख कढ़ के अग की कीमत भाई आख साखी में लिखी। भगत फरीद जी ने नेत्र सन, जिन्हों नेत्रा भगत जी कदे कामां दियां ठुंगां तो बचा रहे ने। कांगा कागा करगट ढोलिया, सगला खाया मास, ए कोई नैना मत शो हो, फिर देखण की रात। वही नेत्र शरीर से ठुंग मारदा पैरों तो, जब अखां के नेड़े पहुंचा सी ना, भगत फरीद जी ने आख्या कि भावें सारा शरीर चूंड के खा लै, पर मेरे नेत्र लैण दे क्यों? अजे मैं इन्हां अखां नाल रब वेखूं।
काका ये गोरे नाम तेरे काका ये गोरे नाम तेरे आज साध संग तोड़ना नेत्रा दे विचों एक नेत्र एक अख नूं और विश्वा मंग लई साध संगत जे गुरु की खुशी लैनी होवे ते भाई बड़ा कुछ वारना पैंदा जे कुछ प्राप्त करना होवे तो बड़ा कुछ भाई गवाना भी कर जाता कुछ लभना है कुछ पाना है तो सब संगत कुछ गवाना है बाणी कहती है आप गवाइए ता शौ पाइए और कैसी चतुराई बाणी कहती अपना आप गवाना पैंदा साध संगत भगत फरीद जी कहते वरदे मीह विच चलदी ठंडी हवा विच घरों चल के इत्थे तक पहुंच गया खाली जी मुड़दा हूं इस अख की की कीमत है गुरु की खुशी लैनी मुर्शिद की खुशी लैनी अपना रोज का नितनेम पूरा करना है सेवा का नियम पूरा करना है तन की है शरीर की है भाई मणि सिंह जी कहते तन गंदगी की कोठड़ी हारी रिया की खान सिर दिते जे हर वेले तां भी पासा जान कह दिता आखन लगे भाई जड़ा भी नेत्र तेन चंगा लगता जी अख चंगी लगती है कल और ईश्वर आखन लगी मैं कोई जलाद नहीं मैं तो मंगी है कीमत तेन आप देनी पैनी है आप अपने हाथों अख कट के दे साध संगत कहना लिया फिर कोई तेज छुरी कोई तिखी चीज दे नकीली चीज दे साध संगत तिखी छुरी दे नाल अपनी एक अख का डेला कट के साध संगत रख दिता ते उत्ते कपड़ा रख के ना पट्टी बन लई पता भी ना लगे उस घर दे विचों अग लैके अपने साध संगत डेरे आ गया आके चुल्ह विच अग बाली पानी गर्म किया अपने मुर्शिद का इशनान कराया नियम पूरा कर दिता इशनान कराया जदों साधु संगत पौ फुटी चिड़ी चौकी पौ फुटी बदन बहुत तरंग अचरज रूप संतन रचे नानक नामै रंग जदों दिन चढ़िया गुरु ने मुर्शिद ने निगाह मारी
भगत फरीद जी दे अख ते पट्टी बन्नी है, आखन लगे भगत जी ये अख ते पट्टी क्यों बन्नी है? छत्ती वरे जंगलों में तप करता रहा, नहीं मिलया। आखिर किसी ने ये दसिया कंध कहाड़ा सिर कड़ा बन के सर्वहार, तू लोड़े शो अपना मैं लोड़ा यार। किसी ने दस पाई ओदे रब नूं मिलना है ते उन्हां नूं मिल जेड़े रब नूं मिले होए ने। मिलिया मिल मिलिया तां मिलावा होवेगा। फिर साध संगत पूरे मुर्शिद की शरण विच आया सी, आखण लगा कहन लगा अपने मुर्शिद नूं, कहन लगा महाराज मेरी अख आई हुई है। अखां दुखनियां आ जाण आपां आख दिंदे ना अख आई है, कहंदा मेरी अख आई हुई है मैं तां पट्टी बन्नी। हुण मुर्शिद सी साध संगत पूरा जो बात दुआ ना कर सके तो बात दुआ से होती है। जब कामिल मुर्शिद मिलता है तो बात खुदा से होती है। पूरा गुरु मिलाउंदा रब नूं पूरा, जिहड़ा आप मुक्ति वास्ते भटकदा फिरदा सानूं मुक्त कित्थों कर देणी। साध संगत गुरबाणी में महिमा ही तीन चीजा दी है। छोटी जी मिसाल दे दीए, गुरु ग्रंथ साहिब महाराज का संपूर्णता दिहाड़े चल रहे। इन्हां दिनां दे विच गुरु गोबिंद सिंह महाराज ने दूजी बार गुरु ग्रंथ साहिब महाराज संपूर्ण कराया सी। ते सतगुरां ने दमदमा साहिब की धरती ते संगत नूं एक सवाल किया। महाराज आखन लगे भाई खालसा जी, सानू इन्ने चिर दे विच जिन्ने चिर च असीं घोड़े ते बैठीए इन्ने चिर तो सारे गुरु ग्रंथ साहिब महाराज का पाठ सुनाओ। हुण 31 राग लगातार 5 पाठी पाठ करन, 8 घंटिया बाद ड्यूटी बदल के तीजे दिन साध संगत भोग पैंदा जाके, जिन्हों कहते अखंड पाठ। अखंड खंड नाम है टुकड़े का, अखंड अखंड है लड़ीवार, जिहदा टुकड़ा ना हो कहते अखंड पाठ। एक आप सुधारण पाठ कह दें, पाठ सुधारण नहीं है, बाणी सारी हुई साध संगत बड़ी उच्ची है। उन्होंने सहज पाठ आखीगा, जिहड़ा हौली हौली किसी 7 दिनों भोग पाया, किसी ने 10 दिन, किसी ने महीना, किसी ने साल भी ला दिता पाठ किया हौली हौली। सहज सहज उन्होंने सहज पाठ आखीगा। बाणी कोई भी साधारण नहीं, बाणी सारी ही अमोलक है। सतगुरु गुरु गोबिंद सिंह महाराज कहते भाई इन्ने चिर च सुनावे पाठ, जिन्ना चिर सानू घोड़े ते बहन नूं लगे। 3 दिन लग जाते अखंड पाठ साहब करते हैं। संगत बड़ी हैरान कि महाराज ने किहो जिहा सवाल कर दिता। कहने महाराज इन्नी छेती से पाठ हो नहीं सकता। सतगुरु कहते कोई भी नहीं संगत विच एक गरीब जिहा मैले दे वस्त्र पाए, वो आखन लगा महाराज जे तुसीं कृपा करो तो मैं सुना सकदा। सतगुरु कहते सुना। उठिया फतेह बुलाई संगत नूं, फतेह बुला के
कहने लगा महाराज घोड़े पर बैठो। सतगुरां ने घोड़े की तड़ाम दे विच रकाब विच पैर रखिया, पलाकी मार के घोड़े पर बहन लगे। फिर कहने लगा एक ओंकार सतगुर प्रसाद। वाहिगुरू जी का खालसा, वाहिगुरू जी की फतेह। संगत हसन लगी, पाठ हो गया सारा। पातशाह कहते हसदे क्यों भाई, ये सिख ने सचमुच सारा पाठ सुना दिता। असल गल तो गुरबाणी इन्नी हुई है, बाकी तो सारी व्याख्या ही है। एक ओंकार की व्याख्या है, सतगुरु की व्याख्या है, प्रसाद की व्याख्या है, गुरु की मेहर की, गुरु की कृपा की व्याख्या है। गल तो इन्नी हुई है एक ओंकार भावो वाहिगुरु अकाल पुरख परमात्मा जिहड़ा एक है। सतगुर प्रसाद मिलता सतगुरु की कृपा सदका। इन्नी भी गल है गुरबाणी जां तां रब दी महिमा परमात्मा की एक ओंकार की, वाहिगुरु की रचना की है, वाहिगुरु का पसारा की है, वाहिगुरु है की, वाहिगुरु मिलता किवें। सच्चे सतगुरु की महिमा है। सच्चा सतगुरु कौन है? सच्चे सतगुरु की वडियाई है, सच्चे सतगुरु की महिमा। जा प्रसाद, प्रसाद कहते कृपा मेहर, जहाँ सब संगत कृपा की वडियाई है, गुरु की कृपा, वाहिगुरु की कृपा नाल की होंदा है, किरत कर्म के विछड़े कर कृपा मेलो राम। कृपा किवें हुंदी है? कृपा साध संगत बेनतियां करनियां सिखाइयां। पातशाह आखन लगे भाई गुरबाणी एदी हुई व्याख्या सारी रब की, सतगुरु की कृपा की व्याख्या। ते दूजी विचार है कि वह अकाल पुरख सतगुरु की कृपा नाल मिलदा है। विचार बड़ी लंबी आपां संक्षेप कर देती है। आओ विचार नूं उत्थे ही लैके चलीए। भगत फरीद जी नूं मुरशद पुछदा की गल, कहंदे अख आई हुई है, अख दुखनी आई है। हुण साध संगत कामल मुरशद सी, जानदा सी। वो आखन लगे भगत फरीद जी जे अख आई है तो अख आई हुई है, पट्टी खोल दे। खोली पट्टी, अख साध संगत साबित है और पहला नालों छोटी है। अजे तक भगत फरीद की वंश कुड़ी आउंदी है ते कहंदे ने जिहड़ा भी भगत फरीद की गद्दी ते बहिंदा है, जिहड़ा उहदे साध संगत वंश विचों है गद्दी ते बहिंदा है, अजे तक उहदी एक अख छोटी है। त्याग दिता, सेवा थाई पै गई। भगत जी नेत्र बंद करो। कदे कानू रोकिया सी कि मेरिया अखां च चुंझ ना मारी, मैं रब वेखना। वो इन्हां नेत्रां नाल नहीं, वो ते भाई ज्ञान दे नेत्रां दे नाल दिसना। बंद कर नेत्र। अखां बंद कीतियां ते साध संगत और वाहिगुरु नूं अपने हिरदे दे विचों ही वेख लिया, अपने अंदरों ही वेख लिया। ते कह दिता भगत फरीद जी ने किस रूप दे विच वेखिया, ओहदा रूप साडी शरधा बनाउंदी है। साडी शरधा ओहदा रूप बनाउंदी है। कह दिता भगत फरीद जी ने, फरीदा जंगल जंगल क्या भवे, वन कंडा मोड़े, बसे रब हरिया, जंगल क्या ढूंढे।
36 ਸਾਲ ਲੱਭਦਾ ਰਿਹਾ ਜੰਗਲਾਂ 'ਚ, ਉਹਨੂੰ ਬਾਹਰ ਲੱਭਦਾ ਰਿਹਾ, ਉਹਦੇ ਅੰਦਰ ਹੀ ਬੈਠਾ ਸੀ। ਉਹ ਜਿਹਨੂੰ ਫਿਰੇ ਜੰਗਲਾਂ ਦੇ ਵਿੱਚ ਪਾਲਦਾ, ਇਹ ਤੇ ਸੰਗ ਤੋਂ ਵਾਹਿਗੁਰੂ ਸਾਥ ਹੋ ਗਏ। ਜਿਸ ਤਰ੍ਹਾਂ ਪਿਛਲੀ ਵਾਰ ਰਾਜੇ ਸ਼ਿਵਨਾਭ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਸਾਧ ਸੰਗਤ ਉਹਦੇ ਅੰਦਰੋਂ ਹੀ ਪ੍ਰਾਪਤੀ ਹੋ ਗਈ, ਹਿਰਦੇ ਹੀ ਪ੍ਰਾਪਤੀ ਹੋ ਗਈ। ਕਹਿ ਦਿੱਤਾ ਭਗਤ ਫਰੀਦ ਜੀ ਨੇ, ਉਹ ਜਿਹਨੂੰ ਜੰਗਲਾਂ 'ਚ ਲੱਭਦਾ ਫਿਰਦਾ ਸੀ, ਉਹ ਤੇ ਤੇਰੇ ਕੋਲ ਸੀ, ਪਤਾ ਹੀ ਨਹੀਂ ਲੱਗੇ। ਗੁਰੂ ਦੀ ਰਹਿਮਤ ਹੋਈ, ਗੁਰੂ ਦੀ ਕਿਰਪਾ ਹੋਈ ਤੇ ਪਤਾ ਲੱਗਿਆ। ਸੋ ਸਾਧ ਸੰਗਤ ਪ੍ਰਾਪਤੀ ਹੋਈ, ਅਣਥੱਕ ਸੇਵਾ ਕਰਕੇ ਪ੍ਰਾਪਤੀ ਹੋਈ। ਸਾਧ ਸੰਗਤ ਆਪਣੇ ਨਿਯਮ ਦੇ ਵਿੱਚ ਰਹਿ ਕੇ ਸੇਵਾ ਕਰਕੇ ਭਾਵੇਂ ਅੱਖ ਗਵਾਉਣੀ ਪੈ ਗਈ, ਉਹ ਤੇ ਅੱਖ ਗਈ, ਪਰ ਸਾਧ ਸੰਗਤ ਉਹ ਅੱਖਾਂ ਮਿਲ ਗਈਆਂ ਜਿਨ੍ਹਾਂ ਨਾਲ ਰੱਬ ਦਿਸਦਾ ਸੀ। ਨੇਤਰ ਪ੍ਰਗਾਸ ਕੀਆ ਗੁਰਦੇਵ, ਸਤਿਗੁਰੂ ਨੇ ਪ੍ਰਕਾਸ਼ ਕਰ ਦਿੱਤਾ ਨੇਤਰਾਂ ਦੇ ਵਿੱਚ। ਭਰਮ ਗਏ ਪੂਰਨ ਭਈ ਸੇਵ, ਭਰਮ ਭੁਲੇਖੇ ਦੂਰ ਹੋ ਗਏ। ਅਸਥੂਲ ਅੱਖ ਤੇ ਚਲੀ ਗਈ, ਸੂਖਸ਼ਮ ਅੱਖ ਸਾਧ ਸੰਗਤ ਮਿਲ ਗਈ। ਭਾਵੇਂ ਉਹ ਵੀ ਅੱਖ ਸਾਧ ਸੰਗਤ ਆਪ ਸਰਵਣ ਕਰ ਰਹੀ ਸੀ, ਪ੍ਰਾਪਤ ਹੋਈ। ਨਾਲ ਦੀ ਨਾਲ ਗਿਆਨ ਦੇ ਚਕਸ਼ੂ ਮਿਲ ਗਏ, ਗਿਆਨ ਦੇ ਨੇਤਰ ਮਿਲ ਗਏ, ਜਿਹੜੇ ਸਾਧ ਸੰਗਤ ਰੱਬ ਵਿਖਾਉਂਦੇ। ਸੋ ਆਓ ਅੱਗੇ ਵਿਚਾਰ ਕਰਨ ਦਾ ਸਮਾਂ ਆਗਿਆ ਨਹੀਂ ਦਿੰਦਾ। ਇਹ ਦਾਤਾਂ ਮਿਲਦੀਆਂ ਨੇ ਭਾਈ ਭਾਵਨਾ ਵਾਲਿਆਂ ਨੂੰ, ਰੀਤ ਵਾਲਿਆਂ ਨੂੰ ਮਿਲਦੀਆਂ ਨੇ, ਜਿਨ੍ਹਾਂ ਦੇ ਸਾਧ ਸੰਗਤ ਸਦਕ ਸੱਚੇ ਜੀ, ਜਿਨ੍ਹਾਂ ਦੀ ਸ਼ਰਧਾ ਸੱਚੀ, ਜਿਨ੍ਹਾਂ ਦੀ ਭਾਵਨਾ ਸੱਚੀ ਹੈ, ਤੇ ਜਿਹੜੇ ਸਾਧ ਸੰਗਤ ਉੱਤੋਂ ਹੋਰ ਤੇ ਵਿੱਚੋਂ ਹੋਰ ਤੁਰ ਜਾਂਦੇ। ਜਿਹੜੇ ਬਰਤਨ ਦੇ ਵਿੱਚ ਮੋਰੀਆਂ ਹੋਣ ਨਾ, ਛੇਕ ਹੋਣ, ਉਹਦੇ ਵਿੱਚ ਕੋਈ ਸਾਧ ਸੰਗਤ ਵਸਤੂ, ਕੋਈ ਪਦਾਰਥ ਠਹਿਰਿਆ ਨਹੀਂ ਕਰਦਾ। ਕਿਸੇ ਦੇ ਘਰੋਂ ਆਟਾ ਲੈਣ ਜਾਈਏ ਤੇ ਲੈ ਕੇ ਤੁਰ ਜਾਈਏ ਛਾਨਣੀ, ਘਰ ਤੱਕ ਆਟਾ ਆਊ? ਆਟਾ ਤੇ ਨਹੀਂ ਆਉਂਦਾ। ਸਾਧ ਸੰਗਤ ਜਿਹੜੇ ਘਰ ਤੋਂ ਘਰ ਤੱਕ ਆਏ ਆ, ਲੈਣ ਜ਼ਰੂਰ ਬਣ ਜੂਗੀ।
ਡੁੱਲਦਾ ਹੀ ਆਊਗਾ। ਇੱਥੇ ਭਾਈ ਸਿਦਕ ਦੀਆਂ ਝੋਲੀਆਂ ਦੇ ਵਿੱਚ ਇਹ ਦਾਤਾਂ ਪੈਂਦੀਆਂ ਨੇ। ਸਾਧ ਸੰਗਤ ਪਿਆਰ ਵਾਲਿਆਂ ਨੂੰ ਇਹ ਦਾਤਾਂ ਮਿਲਦੀਆਂ ਨੇ। ਜਿਨ੍ਹਾਂ ਨੇ ਵੀ ਪ੍ਰਾਪਤ ਕੀਤਾ, ਜਿਨ੍ਹਾਂ ਸੇਵਾ ਕੀਤੀ ਸ਼ਰਧਾ ਨਾਲ, ਪਿਆਰ ਨਾਲ, ਗੁਰੂ ਨਾਨਕ ਦੇ ਸਾਧ ਸੰਗਤ ਖਜ਼ਾਨੇ ਭਰੇ ਨੇ, ਦਾਤਾਂ ਲੈ ਗਏ। ਭਾਈ ਬਹਿਲੋ ਵਰਗੇ, ਭਾਈ ਮੰਝ ਵਰਗੇ, ਇਹੋ ਜਿਹੀ ਸਮਾਂ ਕਦੇ ਉਹਨਾਂ ਸਾਹਮਣੇ ਵੀ ਬਣਿਆ ਸੀ। ਸਾਖੀ ਬੜੀ ਲੰਮੀ ਹੈ। ਖੂਹ ਦੇ ਵਿੱਚ ਡਿੱਗੇ ਤੇ ਸਿਰ ਤੋਂ ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਕਿਉਂਕਿ ਰੋਜ਼ ਸੁੱਕੀਆਂ ਲੱਕੜਾਂ ਬਾਲਣ ਵਿੱਚ ਲੈ ਕੇ ਜਾਣਾ। ਜੇ ਅੱਜ ਭਿੱਜ ਗਈਆਂ ਤੇ ਸੇਵਾ ਵਿੱਚ ਭੰਗਣਾ ਪੈ ਜਾਊ। ਜੇ ਜੈ ਤਨ ਭੀਗੀ ਹੈ ਬੇਗਰਤ ਨਹੀਂ, ਲੱਕੜੀ ਭੀਗੀ ਜਲ ਹੈ ਨਹੀਂ। ਸੋ ਸਤਿਗੁਰਾਂ ਪ੍ਰਤੀ, ਸਿੱਖੀ ਪ੍ਰਤੀ, ਨਿਤਨੇਮ ਦੇ ਸਾਧ ਸੰਗਤ ਪ੍ਰਤੀ ਆਪਣੇ ਹਿਰਦਿਆਂ ਦੇ ਵਿੱਚ ਪ੍ਰੀਤ, ਪਿਆਰ ਤੇ ਭਾਵਨਾ ਪੈਦਾ ਕਰੀਏ। ਅਜੇ ਸਮਾਂ ਸਾਡੇ ਕੋਲ ਹੈ, ਸੰਭਾਲੀਏ ਸਮੇਂ ਨੂੰ। ਕੁਝ ਵੀ ਨਹੀਂ ਵਿਗੜਿਆ ਅਜੇ ਤੇ ਕੁਝ ਵਿਗੜਿਆ ਹੀ ਨਹੀਂ। ਅਜ ਹੂੰ ਕਾਸ਼ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਇਹ ਭਜਨ ਤੇ ਨਿਰਭੈ ਪਦ ਪਾਵੇ। ਅਜੇ ਸਮਾਂ ਸਵਾਦ ਸਾਡੇ ਕੋਲ ਨੇ। ਸੰਭਾਲੀਏ ਦੁਰਮਤ ਨੂੰ, ਸਾਧ ਸੰਗਤ ਛੱਡੀਏ, ਗੁਰਮਤ ਨੂੰ ਅਪਣਾਈਏ। ਅਣਮਤਾਂ ਦਾ ਤਿਆਗ ਕਰਦੇ ਹੋਏ ਗੁਰਮਤ ਗਾਡੀ ਰਾਹ ਤੇ ਚੱਲੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੀਏ ਆਪਣਾ ਗੁਰੂ। ਤੇ ਸਾਧ ਸੰਗਤ ਅੱਜ ਦੀਵਾਨ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਣਾ। ਜਿਹੜੇ ਘਰਾਂ ਤੋਂ ਮਨ ਬਣਾ ਕੇ ਆਏ ਉਹ ਭਾਈ ਗੁਰੂ ਕੇ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਪੰਜਾਂ ਪਿਆਰਿਆਂ ਦੇ ਕੋਲੋਂ ਮਰਿਆਦਾ ਅਨੁਸਾਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਤੇ ਇਸੇ ਤਰ੍ਹਾਂ ਜਿੰਨੀਆਂ ਵੀ ਸੰਗਤਾਂ ਤੁਸੀਂ ਨਗਰਾਂ ਦੇ ਵਿੱਚੋਂ ਕਿਤੋਂ ਇੱਕ ਸਰੀਰ, ਕਿਤੋਂ 5, ਕਿਤੋਂ 10, ਕਿਤੋਂ 50 ਸਰੀਰ ਸੰਗਤ ਦੇ ਵਿੱਚ ਹਰ ਮਹੀਨੇ ਅੱਪੜਦੇ ਹੋ, ਇਹ ਸਾਂਝਾ ਯਤਨ ਕਰਿਆ ਕਰੋ। ਨਾਲ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਇਆ ਕਰੋ ਕਿ ਤਾਂ ਕਿ ਉਹ ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ੇ ਚੜ੍ਹਨ। ਵੱਡਾ ਪੁੰਨ ਹੈ। ਸਾਧ ਸੰਗਤ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੀਏ ਤੇ ਹੋਰਾਂ ਨੂੰ ਜੁੜਨ ਦੀ ਪ੍ਰੇਰਨਾ ਦਈਏ। ਆਪ ਅੰਮ੍ਰਿਤ ਛਕੀਏ, ਬਾਣੀ ਪੜ੍ਹੀਏ, ਹੋਰਾਂ ਨੂੰ ਅੰਮ੍ਰਿਤ ਛਕਣ ਤੇ ਬਾਣੀ ਪੜ੍ਹਨ ਦੀ ਪ੍ਰੇਰਨਾ ਦਈਏ। ਆਪ ਨਸ਼ੇ ਛੱਡੀਏ। ਨਸ਼ਿਆਂ ਦੀ ਬਾਬਤ ਕੈਲੰਡਰ ਛਪਵਾਏ ਹੈ, ਸੰਗਤਾਂ ਵਿੱਚ ਦਿੱਤੇ ਜਾ ਰਹੇ ਹੈ। ਤੇ ਸਾਧ ਸੰਗਤ ਜਿਹੜੇ ਮੇਨ ਸਿੰਘ ਨਗਰਾਂ ਦੇ ਵਿੱਚੋਂ ਆਉਂਦੇ ਹੈ, ਗੁੰਜਾਇਸ਼ ਹੈ, ਵਾਹਿਗੁਰੂ ਨੇ ਸਾਧ ਸੰਗਤ ਗੁੰਜਾਇਸ਼ ਦਿੱਤੀ ਹੈ। ਉਹ 10-10, 15-15 ਲੈ ਕੇ ਜਾਇਆ ਕਰੋ ਤੇ ਅੱਗੇ ਵੰਡਿਆ ਕਰੋ। ਕਿਤੇ ਸਾਂਝੀ ਜਗ੍ਹਾ ਤੇ ਲਾਓ, ਕਿਸੇ ਹਸਪਤਾਲ ਦੇ ਵਿੱਚ ਲਾਓ। ਐਸੀਆਂ ਜਗ੍ਹਾ ਨੇ ਜਿੱਥੋਂ ਸਾਧ ਸੰਗਤ ਪੜ੍ਹ ਕੇ ਕੋਈ ਲਾਭ ਉਠਾ ਸਕੇ। ਸਾਰਿਆਂ ਨੇ ਭਾਈ ਸਾਂਝਾ ਉਪਰਾਲਾ ਕਰਨਾ ਹੈ। ਸਟੇਜ ਤੋਂ ਜੋ ਬੋਲਿਆ ਜਾਂਦਾ, ਜਿੰਨੇ ਤੁਸੀਂ ਸੰਗਤ ਵਿੱਚ ਹਾਜ਼ਰ ਹੋ ਉਹਨੇ ਸੁਣਦੇ ਹੋ। ਤੇ ਜਿਹੜੇ ਭਾਈ ਸੰਗਤ ਵਿੱਚ ਆਉਂਦੇ ਹੀ ਨਹੀਂ, ਉਹਨਾਂ ਤੱਕ ਗੁਰੂ ਦੀ ਗੱਲ, ਗੁਰੂ ਘਰ ਦਾ ਸੁਨੇਹਾ ਆਪਾਂ ਸਾਰਿਆਂ ਨੇ ਲੈ ਕੇ ਜਾਣਾ। ਮਾੜੀ ਗੱਲ ਹੋਵੇ ਤੇ ਸਾਧ ਸੰਗਤ ਉੱਤੇ ਪੱਲੇ ਬੰਨ ਲਈ, ਖੰਭਾਂ ਦੀਆਂ ਡਾਰਾਂ ਬਣਾ ਲਈਆਂ। ਤੇ ਚੰਗੀ ਗੱਲ ਉਹ ਆਪ ਵੀ ਗ੍ਰਹਿਣ ਨਹੀਂ ਕੀਤੀ, ਪੱਲੇ ਝਾੜ ਕੇ ਤੇ ਸਾਧ ਸੰਗਤ ਉੱਠ ਕੇ ਤੁਰ ਪਏ। ਸੁਣਦੇ ਰਹੇ। ਕਹਿੰਦੇ ਸਾਰੀ ਰਾਤ ਰਾਮਲੀਲਾ ਵੇਖਦੇ ਰਹੇ ਤੇ ਸਵੇਰੇ ਉੱਠ ਕੇ ਪੁੱਛਦਾ ਵੀ ਰਾਮਲੀਲਾ ਵਧੀਆ ਸੀ? ਕਹਿੰਦੇ ਰਾਮਲੀਲਾ ਤੇ ਬਹੁਤ ਵਧੀਆ ਸੀ, ਆਨੰਦ ਤੇ ਬੜਾ ਆਇਆ, ਪਰ ਪਤਾ ਨਹੀਂ ਲੱਗਿਆ ਵੀ ਸੀਤਾ ਰਾਮਚੰਦਰ ਦੀ ਭੈਣ ਲੱਗਦੀ ਸੀ ਕਿ ਬੇਬੇ। ਸੁਣਿਆ ਕੀ ਵੀ ਬਹੁਤ ਆਲਾ ਦੁਆਲਾ ਹੀ ਆ ਕੇ ਵੇਖੀ ਜਾਣਾ। ਤੇ ਸਾਧ ਸੰਗਤ ਫਿਰ ਸੰਗਤ ਵਿੱਚ ਮਨ ਨਹੀਂ ਲੱਗ ਰਿਹਾ। ਮਨ ਲਾਉਣ ਦੇ 3 ਤਰੀਕੇ ਦੱਸੇ ਹੈ। ਕਹਿੰਦੇ ਪਹਿਲਾਂ ਅਕਾਲ ਪੁਰਖ ਵਿੱਚ ਲਾ, ਜੇ ਉੱਥੇ ਨਹੀਂ ਲੱਗਦਾ ਗੁਰੂ ਦੇ ਸ਼ਬਦ ਵਿੱਚ ਮਨ ਲਾ, ਜੇ ਉੱਥੇ ਨਹੀਂ ਲੱਗਿਆ ਤੇ ਫਿਰ ਸਤ ਸੰਗਤ ਵਿੱਚ ਮਨ ਲਾ, ਜੇ ਸਤ ਸੰਗਤ ਵਿੱਚ ਵੀ ਨਾ ਲੱਗਿਆ ਫਿਰ ਨਹੀਂ ਲੱਗਣਾ ਕਿਤੇ ਵੀ। ਪਹਿਲਾਂ ਅਕਾਲ ਪੁਰਖ ਦੇ ਵਿੱਚ ਮਨ ਨੂੰ ਲਾਉਣਾ, ਅੱਠੇ ਪੈਰ ਨੇੜੇ ਜਾਣਨਾ, ਅੱਠੇ ਪੈਰ ਜਾਣਨਾ ਉਹਦੀ ਹਜ਼ੂਰੀ 'ਚ। ਫਿਰ ਸ਼ਬਦ ਵਿੱਚ ਮਨ ਨੂੰ ਜੋੜਨਾ।
ਤੇ ਸਾਧ ਸੰਗਤ ਹੁਣ ਬਾਣੀ ਪੜ੍ਹਦੇ ਆ ਤੇ ਖਲੋਂਦੇ ਹੀ ਨਹੀਂ ਮਨ। ਜੇ ਸ਼ਬਦ ਵਿੱਚ ਵੀ ਨਹੀਂ ਲੱਗ ਰਿਹਾ ਫਿਰ ਸਤ ਸੰਗਤ ਦੇ ਵਿੱਚ ਆ ਤੇ ਇੱਥੇ ਮਨ ਨੂੰ ਜ਼ਰੂਰ ਜੋੜਨ ਦਾ ਯਤਨ ਕਰ। ਜੇ ਇੱਥੇ ਵੀ ਨਾ ਲੱਗਿਆ ਫਿਰ ਕੋਈ ਜਗ੍ਹਾ ਨਹੀਂ। ਸੋ ਭਾਵੇਂ ਸਾਧ ਸੰਗਤ ਅੱਜ ਰੱਖੜੀ ਵੀ ਹੈ, ਗੁਰਮਤਿ ਅਨੁਸਾਰ ਕੋਈ ਇਹ ਮੈਨੇ ਨਹੀਂ ਰੱਖਦੇ। ਸਤਿਗੁਰੂ ਨੇ ਆਖਿਆ ਚਾਰ ਓਟਾਂ ਨੇ ਗੁਰਸਿੱਖ ਨੂੰ, ਪਹਿਲੀ ਅਕਾਲ ਪੁਰਖ ਦੀ, ਦੂਜੀ ਸਤਿਗੁਰੂ ਦੀ, ਤੀਜੀ ਸਾਧ ਸੰਗਤ ਦੀ, ਚੌਥੀ ਆਪਣੇ ਆਪ ਦੀ। ਆਪਣੀ ਸਾਧ ਸੰਗਤ ਰਾਖੀ ਆਪ ਕਰਨੀ ਹੈ ਜਾਂ ਗੁਰੂ ਅੱਗੇ ਅਰਦਾਸ ਕਰਨੀ ਹੈ। ਪਰ ਫਿਰ ਵੀ ਜੇ ਦੁਨਿਆਵੀ ਰਿਸ਼ਤੇ ਨਾਤੇ ਤੇ ਵੇਖੀਏ, ਭੈਣਾਂ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਨੇ ਤੇ ਸਾਧ ਸੰਗਤ ਜਿਸ ਤਰੀਕੇ ਦੇ ਨਾਲ ਭਰੂਣ ਹੱਤਿਆ ਹੋ ਰਹੀ ਹੈ, ਲੜਕੀਆਂ ਨੂੰ ਮਾਰਨ ਦਾ ਸਿਲਸਿਲਾ ਚੱਲ ਰਿਹਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਨੂੰ ਜਾਪਦਾ ਕੋਈ ਰੱਖੜੀ ਬੰਨ੍ਹਣ ਵਾਲੀ ਰਹਿਣੀ ਵੀ ਨਹੀਂ। ਉਹਨਾਂ ਨੂੰ ਤਾਂ ਜੰਮਣ ਹੀ ਨਹੀਂ ਦਿੰਦੇ, ਆਉਣ ਹੀ ਨਹੀਂ ਦਿੰਦੇ ਅਸੀਂ ਦੁਨੀਆ ਤੇ। ਰੱਖੜੀ ਦੇ ਦਿਹਾੜੇ ਤੇ ਇਕੱਠੇ ਹੋਏ ਆ, ਪਰਨ ਕਰਕੇ ਜਾਈਏ। ਇਹ ਭਰੂਣ ਹੱਤਿਆ ਵਰਗਾ ਜਿਹੜਾ ਸਾਧ ਸੰਗਤ ਪਾਪ ਹੈ, ਲੜਕੀਆਂ ਨੂੰ ਕੁੱਖ ਦੇ ਵਿੱਚ ਮਾਰਿਆ ਜਾਂਦਾ ਹੈ, ਇਹ ਅੱਜ ਤੋਂ ਬਾਅਦ ਨਹੀਂ ਆਪਾਂ ਕਰਨਾ ਜਿੰਨੇ ਸੰਗਤ ਵਿੱਚ ਬੈਠੇ। ਜੇ ਘਰ ਵਾਲਾ ਕਹਿ ਰਿਹਾ ਇਹ ਕੁਛ ਕਰਨ ਵਾਸਤੇ ਤੇ ਉਹਨੂੰ ਸੋਚਣਾ ਚਾਹੀਦਾ ਤੇ ਮੈਂ ਵੀ ਤੇ ਕਿਸੇ ਔਰਤ ਦੇ ਪੇਟੋਂ ਜਨਮ ਲਿਆ, ਮੇਰੀਆਂ ਵੀ ਭੈਣਾਂ ਨੇ ਤੇ ਵਿਆਹ ਮੇਰਾ ਵੀ ਕਿਸੇ ਔਰਤ ਦੇ ਨਾਲ ਹੀ, ਇਸਤਰੀ ਨਾਲ ਹੀ ਹੋਇਆ। ਜੇ ਸੱਸ ਕਹਿ ਰਹੀ ਏ ਤੇ ਉਹਨੂੰ ਵੀ ਖਿਆਲ ਰੱਖਣਾ ਚਾਹੀਦਾ ਤੇ ਮੈਂ ਵੀ ਇੱਕ ਇਸਤਰੀ ਹਾਂ, ਕਿਉਂ ਆਪਣੀ ਕੁੱਲ ਦਾ ਘਾਤ ਕਰਨ ਲੱਗੀ ਹਾਂ। ਤੇ ਜੇ ਸਾਧ ਸੰਗਤ ਘਰ ਵਾਲੀ ਆਪ ਮਾਂ ਆਪ ਚਾਹ ਰਹੀ ਹੈ ਤੇ ਉਹਨੂੰ ਵੀ ਇਹ ਮਨ 'ਚ ਖਿਆਲ ਰੱਖਣਾ ਚਾਹੀਦਾ ਮੈਂ ਆਪ ਇੱਕ ਇਸਤਰੀ ਹਾਂ। ਉਹਨਾਂ ਚਿਰ ਸਾਧ ਸੰਗਤ ਲੱਕੜ ਵੱਢੀ ਨਹੀਂ ਜਾਂਦੀ, ਪਹਾੜਾ ਜਿੰਨਾ ਮਰਜ਼ੀ ਤਿੱਖਾ ਹੋਵੇ ਲੱਕੜ ਵੱਢੀ ਨਹੀਂ ਜਾਂਦੀ ਜਿੰਨਾ ਚਿਰ ਉਹਦੇ ਵਿੱਚ ਲੱਕੜ ਦਾ ਦਸਤਾ ਨਹੀਂ ਪਾਉਂਦੇ ਆਪਾਂ। ਉਹਨਾਂ ਚਿਰ ਸਾਧ ਸੰਗਤ ਜੰਗਲ ਨੂੰ, ਦਰਖਤ ਨੂੰ ਕੋਈ ਖਤਮ ਨਹੀਂ ਕਰ ਸਕਦਾ। ਉਹਦੇ ਵਿੱਚੋਂ ਹੀ ਲੱਕੜ ਦਾ ਦਸਤਾ ਸਾਧ ਸੰਗਤ ਉਹ ਪਹਾੜੇ ਵਿੱਚ ਪਾਇਆ ਤੇ ਫੇਰ ਸਾਧ ਸੰਗਤ ਤੋਂ ਖਤਮ ਹੁੰਦਾ ਜੰਗਲ, ਦਰਖਤ। ਅਸੀਂ ਆਪ ਕੁੱਲ ਘਾਤੀ ਬਣ ਰਹੇ ਹਾਂ, ਆਪਣੀਆਂ ਧੀਆਂ ਭੈਣਾਂ ਬੇਟੀਆਂ ਨੂੰ ਸਾਧ ਸੰਗਤ ਖਤਮ ਕਰ ਰਹੇ ਹਾਂ। ਅੱਜ ਦੇ ਦਿਨ ਤੇ ਇਹ ਪਰਨ ਜ਼ਰੂਰ ਕਰਨਾ। ਇਹ ਸਭ ਸਾਧ ਸੰਗਤ ਰੱਬ ਦੀਆਂ ਦਾਤਾਂ ਨੇ ਤੇ ਸਤਿਗੁਰੂ ਨੇ ਤੇ ਬੜੀ ਵਡਿਆਈ ਦਿੱਤੀ ਹੈ। ਮਹਾਰਾਜ ਕਹਿੰਦੇ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਅੰਮ੍ਰਿਤ ਛਕਾਉਣ ਵੇਲੇ ਜਿਹੜੇ ਪਤਾਸੇ ਸੀ, ਜਿਹੜੀ ਮਠਾਸ ਸੀ, ਉਹ ਮਾਤਾ ਸਾਹਿਬ ਕੌਰ ਜੀ ਨੇ ਆ ਕੇ ਪਾਈ। ਤੇ ਅਰਦਾਸ ਵਿੱਚ ਧਿਆਨ ਧਰਿਆ ਜਾਂਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਜਿੱਥੇ ਸਿੰਘਾਂ ਨੇ ਸ਼ਹੀਦੀਆਂ ਕੁਰਬਾਨੀਆਂ ਦਿੱਤੀਆਂ ਤੇ ਉੱਥੇ ਸਾਧ ਸੰਗਤ ਗੁਰੂ ਦੀਆਂ ਸਿੰਘਣੀਆਂ ਵੀ ਪਿੱਛੇ ਨਹੀਂ ਰਹੀਆਂ। ਦਾਜ ਵਰਗੀਆਂ ਲਾਹਣਤਾਂ, ਭਰੂਣ ਹੱਤਿਆ ਵਰਗੇ ਪਾਪਾਂ ਨੂੰ ਸਾਧ ਸੰਗਤ ਬੰਦ ਕਰੀਏ। ਨਸ਼ੇ ਵਰਗੇ ਕੋੜ ਨੂੰ ਸਮਾਜ ਵਿੱਚੋਂ, ਮਨਾਂ ਵਿੱਚੋਂ ਕੱਢ ਦਿਓ। ਘਰਾਂ ਚੋਂ ਨਿਕਲ ਜਾਣਗੇ, ਘਰਾਂ ਚੋਂ ਕੱਢ ਦਿਓ। ਪਿੰਡਾਂ ਚੋਂ ਨਿਕਲ ਜਾਣਗੇ, ਪਿੰਡਾਂ ਚੋਂ ਕੱਢ ਦਿਓ। ਦੇਸ਼ ਚੋਂ ਨਿਕਲ ਜਾਣਗੇ। ਤੇ ਸਾਡਾ ਮਨ ਮੰਗ ਰਿਹਾ। ਕਈ ਆ ਕੇ ਕਹਿੰਦੇ ਬਾਬਾ ਜੀ ਸ਼ਰਾਬ ਖਹਿੜਾ ਨਹੀਂ ਛੱਡਦੀ, ਬਈ ਤੇਰੇ ਕੋਲ ਆਪ ਆਉਂਦੀ ਹੈ ਸ਼ਰਾਬ ਦੀ ਬੋਤਲ? ਕਹਿੰਦਾ ਨਹੀਂ ਜਾਂਦਾ ਤੇ ਮੈਂ ਹੀ ਲੈਣਾ। ਫਿਰ ਏਦਾਂ ਕਹ ਮੈਂ ਹੀ ਖਹਿੜਾ ਨਹੀਂ ਛੱਡ ਰਿਹਾ। ਸ਼ਰਾਬ ਤੇ ਖਹਿੜਾ ਛੱਡਦੀ, ਨਸ਼ਾ ਤੇ ਖਹਿੜਾ ਛੱਡ ਰਿਹਾ ਹੈ। ਆਪਾਂ ਹੀ ਖਹਿੜਾ ਛੱਡਣ ਵਾਸਤੇ ਤਿਆਰ ਨਹੀਂ। ਆਓ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ, ਆਪਣੇ ਮਾਰਗ ਤੇ ਤੋਰਨ, ਆਪਣੇ ਘਰੋਂ ਗੁਰਸਿੱਖੀ ਦਾ ਦਾਨ, ਨਾਮ ਦਾ ਦਾਨ, ਰਹਿਤ ਬਹਿਤ ਦਾ ਦਾਨ ਬਖਸ਼ਣ, ਪਾਤਸ਼ਾਹ ਸਰਬੱਤ ਦੇ ਕਾਰਜ ਰਾਸ ਕਰਨ। ਆਓ ਰਲ ਮਿਲ ਕੇ ਮੰਗੀਏ। ਹੋਵੇ ਭਲਾ ਤੇਰੇ ਪਾਣੇ ਸਰਬੱਤ
नानक नाम चढ़ती कला तेरे भाने सदा कला। सो समुची संगत धार्मिक पंथक कार्यों के विच रल मिल के सहयोग दिया करो। जिस तरह बेनती की है कि आप गुरु के नाल जुड़ना, अमृत छकना, नशियां तो बचना ते होरनां नूं इह सब करन दी अपने सारियां ने प्रेरणा देनी। रल मिल के हंबला मारिया करो। जे एक एक नूं जुड़े ते साध संगत इसे तरह लड़ी तुर पवे ते ओ दिन दूर नहीं जदों साध संगत खालसा जी के बोल वाले होणगे, जदों धर्म दा जय जयकार होवेगी, जदों साध संगत पंथ दीयां गूंजां पैणगी। असीं सारे आपो अपना फर्ज समझीए, सतगुर किरपा करन बोलदे हैं गल करदे हैं कई प्रकार दीयां भुलां चुकां बेअदबियां हो जांदियां। गुरबाणी अगाध बहुत है, लगा मात्रा अखरवाद घाट हो जाता है। सतगुरु ते सतगुरां दी साजी नवाजी संगत बख्शण आया भुलां चुकां दी खिमा। गुरमत गुरबाणी इतिहास अनुसार होइयां विचारां ग्रहण करनियां। बेअंत सहयोग दिता संगतां ने। शिखर दोपहरा सी, बड़ी गर्मी, साध संगत पै रही सी, बड़े प्यार दे नाल गुरु चरणों दे विच जुड़ के हाजरियां भरियां। इसे तरह हर महीने दीवान सजदे उपरंत अमृत संचार हुंदा है। समुची संगत ने इसे तरह हाजरियां भरनियां ने। आओ जिथे इन्ना समा प्यार दा सतगुर उत्थे 5-10 मिनट होर समाप्ति आनंद साहिब का पाठ, अरदास हुक्मनामा साहिब। अगला प्रोग्राम बड़े प्यार दे नाल सरवण करना। आउंदे नहीं जांदे नहीं, संगतां ने काली नहीं करनी। बड़े प्यार दे नाल जदों घर तों गुरु घर वाल आपां तुरदे हां, किसी इतिहासक अस्थान वाल तुरदे हां ते उदों गुरु दा ध्यान धर लेना चाहिदा है। वाहिगुरू वाहिगुरू जपदे आओ, नाम दा ध्यान धर लेना चाहिदा है ते साध संगत वापस जांदे नाम जपदे ही वापस जाओ। इस तरह साध संगत पूरा पूरा संगत विच आउण दा जिहड़ा है वो फल प्राप्त होया करदा है। माड़ी भावना लैके, नंदी भावना लैके नहीं आउणा। सतगुरु धरती दी न्याई है, सतगुरु धरती धर्म है। जिस विच जिहा को बीजा तेहा फल पाए। चंगे साध संगत शरधा दे बीज बीजने तां जो चंगे फल प्राप्त हो सकन। आओ समाप्ति करिए। प्राकीजा कृपा निधान हम हर गुण गावेंगे। हम तुम्हें करुणत आस प्रभु मोहे कब गावेंगे। राम कली महला तीजा आनंद एक ओंकार सतगुर प्रसाद। आनंद आया मेरी